ਸੋ ਇਹ ਜਿਹੜਾ ਇਸ ਵੇਲੇ ਸੰਘਰਸ਼ ਚੱਲ ਰਿਹਾ ਜਾਂ ਇਹ ਬਿੱਲ ਹੈ, ਇਹ ਸਿਰਫ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਆਰਥਿਕਤਾ ਤੇ ਉੱਤੇ ਹੀ ਟਿਕੇ ਹੋਏ ਨੇ, ਇਸ ਤੋਂ ਵੱਧ ਕੁਝ ਹੈ ਜਾਂ ਨਹੀਂ ਹੈ? ਜੇ ਬਿੱਲ ਕੱਲੇ ਆਰਥਿਕਤਾ ਤੇ ਹੀ ਹੁੰਦੇ ਤੇ ਫਿਰ ਇੰਨਾ ਜ਼ਿਆਦਾ ਸਰਕਾਰ ਵੱਲੋਂ ਜ਼ੋਰ ਨਹੀਂ ਸੀ ਪਾਇਆ ਜਾਣਾ। ਸਾਡੇ ਅੰਦਰ ਉਹ ਜਿਹੜੀ ਨੇਸ਼ਨ ਬਿਲਡਿੰਗ ਆ ਨਾ, ਸਿੰਗਲ ਨੇਸ਼ਨ ਬਿਲਡਿੰਗ, ਉਹ ਕਰਨ ਦਾ ਜਿਹੜਾ ਇਹਨਾਂ ਦਾ ਪਿਛਲਾ ਜਿਹੜਾ ਵਿੱਚ ਕਿਤੇ ਨਾ ਕਿਤੇ ਮੰਤਵ ਜਿਹੜਾ ਇਹ ਹੈ। ਜੇ ਕਾਂਗਰਸ ਕਿਸਾਨ ਹਿਤੈਸ਼ੀ ਸੀ ਤੇ ਕਾਂਗਰਸ ਦੇ ਤੇ ਆਪਣੇ ਮੈਨੀਫੈਸਟੋ ਦੇ ਵਿੱਚ ਹੈ ਕਿ ਉਹਨਾਂ ਨੇ ਇਹ ਲੈ ਕੇ ਆਉਣਾ ਸੀ। ਤੇ ਜਦੋਂ ਗੱਲ ਪੰਜਾਬ ਦੀ ਆ ਜਾਂਦੀ ਹੈ ਤੇ ਇੱਥੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਕਿਸਾਨ ਆਗੂਆਂ ਨੂੰ, ਖਾਸ ਕਰਕੇ ਜਿਹੜੇ ਕਲਾਕਾਰ ਜੁੜੇ ਹੋਏ ਨੇ, ਉਹਨਾਂ ਨੂੰ ਵੀ ਇੱਥੇ ਜਿਹੜਾ ਸੁਚੇਤ ਹੋਣ ਦੀ ਲੋੜ ਹੈ ਕਿ ਸੰਘਰਸ਼ ਨੂੰ ਕਿਤੇ ਵੀ ਗਲਤ ਪਾਸੇ ਨਾ ਜਾਣ ਦਿੱਤਾ ਜਾਵੇ। ਕਿਉਂਕਿ ਜੇ ਰਾਜਨੀਤਿਕ ਪਾਰਟੀਆਂ ਦੇ ਨਾਲ ਲੱਗ ਗਿਆ ਸੰਘਰਸ਼ ਤੇ ਫਿਰ ਉਹੋ ਹੀ ਹੋਏਗਾ ਜੋ ਬਰਗਾੜੀ ਮੋਰਚੇ ਦਾ ਹੋਇਆ ਜਾਂ ਉਸ ਤੋਂ ਪਹਿਲਾਂ ਜਿਹੜੇ ਸੰਘਰਸ਼ ਹੋਏ ਨੇ ਉਹਨਾਂ ਦੇ ਵਿੱਚ ਵਾਪਰਿਆ। ਇਸੇ ਤਰੀਕੇ ਦੇ ਨਾਲ ਜੇ ਉਹ ਚਾਹੁੰਦੇ ਨੇ ਕਿ ਇਸ ਨੂੰ ਹੁਣੇ ਥੋੜੀ ਦੇਰ ਲਈ ਤੁਸੀਂ ਡਿਫਿਊਜ਼ ਕਰ ਦਿਓ ਤੇ ਹੋ ਸਕਦਾ ਉਹ ਤੁਹਾਡੀਆਂ 2-4 ਮੰਗਾਂ ਮੰਨ ਲੈਣ ਤੇ ਫਿਰ ਉਸ ਤੋਂ ਬਾਅਦ ਸਾਰੇ ਮੋਰਚੇ ਤੁਸੀਂ ਬੰਦ ਕਰ ਦਿਓ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਉਹ ਪ੍ਰਿਪੇਅਰ ਹੋ ਕੇ ਆਉਣ। ਹੁਣ ਨਹੀਂ ਆਉਣਗੇ, 10 ਸਾਲਾਂ ਨੂੰ ਆ ਜਾਣਗੇ, ਕਿਉਂਕਿ ਹੋਇਆ ਇਦਾਂ ਹੀ ਹੈ। ਟੈਕਨੀਕਲ ਟਰਮਸ ਦੇ ਉੱਤੇ ਇਹ ਐਕਟ ਜਿਹੜੇ ਹੈ ਉਹ ਚੈਲੰਜ ਹੋ ਸਕਦੇ ਨੇ ਤੁਹਾਡੇ ਹਿਸਾਬ ਦੇ ਨਾਲ? ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਜਿੱਥੇ ਆਪਾਂ ਕਹਿ ਲਈਏ ਵੀ ਸਾਡੇ ਕਿਸਾਨ, ਕਲਾਕਾਰ, ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ, ਜੇ ਈਵਨ ਆਪਾਂ ਦੁਨੀਆ ਦੀ ਗੱਲ ਕਰੀਏ ਤਾਂ ਕਿਸਾਨੀ ਨੂੰ ਪਿਆਰ ਕਰਨ ਵਾਲੇ ਜਿਹੜੇ ਸਾਡੇ ਪੰਜਾਬੀ ਨੇ ਖਾਸ ਤੌਰ ਦੇ ਉੱਤੇ, ਸਾਰੇ ਹੀ ਆਪਣੀ ਨਿਗਾਹ ਟਿਕਾਈ ਹੋਈ ਬੈਠੇ ਆ ਵੀ ਕੀ ਬਣੇਗਾ ਇਹਨਾਂ ਬਿੱਲਾਂ ਦਾ, ਜਿਹੜੇ ਕਾਨੂੰਨ ਬਣ ਚੁੱਕੇ ਨੇ। ਸੋ ਇਹ ਜਿਹੜਾ ਇਸ ਵੇਲੇ ਸੰਘਰਸ਼ ਚੱਲ ਰਿਹਾ ਜਾਂ ਇਹ ਬਿੱਲ ਹੈ, ਇਹ ਸਿਰਫ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਆਰਥਿਕਤਾ ਤੇ ਉੱਤੇ ਹੀ ਟਿਕੇ ਹੋਏ ਨੇ, ਇਸ ਤੋਂ ਵੱਧ ਕੁਝ ਹੈ ਜਾਂ ਨਹੀਂ ਹੈ? ਜਦੋਂ ਆਪਾਂ ਪੂਰੀ ਘੋਖ ਕਰਦੇ ਆ ਨਾ, ਖਾਸ ਕਰਕੇ ਸਰਦਾਰ ਅਜਮੇਰ ਸਿੰਘ ਹੋਣਾ ਦੀ ਇਹਦੇ ਤੇ ਕਾਫੀ ਆਪਾਂ ਗਏ ਕਿ ਉਹਨਾਂ ਨੇ ਸਾਰੀ ਚੀਜ਼ ਦਾ ਤੱਥ ਕੱਢਿਆ ਔਰ ਉਹਨਾਂ ਵੱਲੋਂ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਜੇ ਬਿੱਲ ਕੱਲੇ ਆਰਥਿਕਤਾ ਤੇ ਹੀ ਹੁੰਦੇ ਤੇ ਫਿਰ ਇੰਨਾ ਜ਼ਿਆਦਾ ਸਰਕਾਰ ਵੱਲੋਂ ਜ਼ੋਰ ਨਹੀਂ ਸੀ ਪਾਇਆ ਜਾਣਾ। ਕਿ ਜਿਸ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚੋਂ ਬਿੱਲ ਪਾਸ ਕੀਤੇ ਗਏ ਨੇ, ਉਹ ਵੀ ਕਿਤੇ ਨਾ ਕਿਤੇ ਜਿਹੜਾ ਹੈ ਸਾਈਡ ਰੂਟ ਕੱਟ ਗਏ, ਕਿਉਂਕਿ ਉੱਥੇ ਵੋਟਿੰਗ ਨਹੀਂ ਹੋਈ, ਕਿੰਨੂੰ ਵੋਟ ਪਾਈ ਇਹ ਚੀਜ਼ ਉਹਨਾਂ ਨੇ ਨਹੀਂ ਦਿਖਾਈ ਗਈ। ਉਹਨਾਂ ਨੇ ਸਾਈਡ ਰੂਟ ਕੱਢਿਆ ਕਿਤੇ ਨਾ ਕਿਤੇ, ਤੇ ਉਹ ਚਾਹੁੰਦੇ ਸੀ ਇਹ ਕਿਤੇ ਨਾ ਕਿਤੇ ਜਿਹੜਾ ਧੱਕਾ ਹੈਗਾ ਕੱਲਾ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੱਲੀ ਆਰਥਿਕਤਾ ਹੈ ਜਾਂ ਕੱਲੇ ਪੂੰਜੀਵਾਦ ਨੂੰ ਲੈ ਕੇ ਹੈ। ਜੋ ਸਰਕਾਰ ਦਾ ਜਿਹੜਾ ਏਜੰਡਾ ਹੈਗਾ ਅਜੋਕੀ ਸਰਕਾਰ ਦਾ, ਉਸ ਦੇ ਵਿੱਚ ਉਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ 1 ਨੇਸ਼ਨ 1 ਇਲੈਕਸ਼ਨ ਵਾਲਾ ਕਹਿੰਦੇ ਆ, ਫਿਰ 1 ਰਾਸ਼ਨ ਕਾਰਡ, ਫਿਰ ਉਸ ਤੋਂ ਬਾਅਦ ਕਹਿੰਦੇ 1 ਨੇਸ਼ਨ 1 ਲੈਂਗੁਏਜ ਕਹਿੰਦੇ ਆ, ਫਿਰ 1 ਨੇਸ਼ਨ 1 ਮੰਡੀ ਕਹਿੰਦੇ ਆ। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਕਿਤੇ ਹਰੇਕ ਚੀਜ਼ ਜਿਹੜੀ ਆ, ਜੋ ਆਪਾਂ ਕਹਿ ਲਈਏ ਕਿ ਜਦੋਂ ਛੋਟੇ ਹੁੰਦੇ, ਮੇਰਾ ਖਿਆਲ ਤੁਸੀਂ ਵੀ ਸਕੂਲ 'ਚ ਪੜ੍ਹਦੇ ਰਹੇ ਹੋਵੋਗੇ ਕਿ ਭਾਰਤ ਦੇ ਵਿੱਚ ਅਨੇਕਤਾ ਵਿੱਚ ਏਕਤਾ ਹੈ, ਕਿ ਵੱਖ-ਵੱਖ ਕੌਮਾਂ ਵਸਤੀਆਂ ਨੇ। ਉਹ ਚੀਜ਼ ਨੂੰ ਖਤਮ ਕਰਕੇ ਸਾਰਾ ਕੁਝ ਇੱਕ ਸੁਰਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ। ਕਿਤੇ ਨਾ ਕਿਤੇ ਜੋ ਉਹਨਾਂ ਦੀ ਪਿਛਲੀ ਜੋ ਪਲੈਨਿੰਗ ਹੈਗੀ ਆ ਨਾ, ਕਿ ਸਾਰਾ ਕੁਝ ਇੱਕੋ ਜਿਹਾ ਹੀ ਹੋਵੇ, ਇੱਕੋ ਦੇਸ਼ ਹੋਵੇ, ਇੱਕੋ ਨੇਸ਼ਨ ਹੋਵੇ, ਇੱਕੋ ਕੌਮ ਹੋਵੇ। ਜਦੋਂ ਆਪਾਂ ਕਹਿ ਲਈਏ ਨਾ ਕਿ ਜਦੋਂ ਅਸੀਂ 80ਵੇਂ ਦੇ ਦਹਾਕੇ ਦੀ ਗੱਲ ਕਰਦੇ ਹਾਂ ਕਿ ਸਿੱਖਾਂ ਦੀ ਜਿਹੜੀ ਸਿਧਾਂਤਕ ਘੇਰਾਬੰਦੀ ਕੀਤੀ ਗਈ ਜਾਂ ਸਿੱਖਾਂ ਦੇ ਮਾਨਸਿਕ ਅਤਿਆਚਾਰ ਕੀਤਾ ਗਿਆ, ਤੇ ਉਦੋਂ ਸਿੱਖਾਂ ਦੇ ਅੰਦਰੋਂ ਸਿੱਖੀ ਭਾਵਨਾ ਕੱਢੀ ਗਈ, ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਪੰਜਾਬੀਅਤ ਵਾੜੀ ਗਈ। ਹੁਣ ਇਹ ਪੰਜਾਬੀਅਤ ਵੀ ਕੱਢਣਾ ਚਾਹੁੰਦੇ ਆ ਔਰ ਉਸ ਦੇ ਵਿੱਚ ਜਿਹੜੀ ਆਪਾਂ ਕਹੇ ਕਿ ਸਾਡੀ ਸਿਰਫ ਭਾਰਤੀ ਸੋਚ ਹੀ ਰਹਿ ਜਾਵੇ। ਸਾਡੇ ਅੰਦਰ ਉਹ ਜਿਹੜੀ ਨੇਸ਼ਨ ਬਿਲਡਿੰਗ ਆ ਨਾ, ਸਿੰਗਲ ਨੇਸ਼ਨ ਬਿਲਡਿੰਗ, ਉਹ ਕਰਨ ਦਾ ਜਿਹੜਾ ਇਹਨਾਂ ਦਾ ਪਿਛਲਾ ਜਿਹੜਾ ਵਿੱਚ ਕਿਤੇ ਨਾ ਕਿਤੇ ਮੰਤਵ ਜਿਹੜਾ ਇਹ ਹੈ। ਔਰ ਇਹ ਚੀਜ਼ ਜਿਹੜੀ ਹੈ, ਇਸ ਨੂੰ ਜਿਹੜਾ ਹੈ ਰੋਕਣ ਦੀ ਲੋੜ ਜਿਹੜੀ ਹੈ, ਇਹ ਸਮੇਂ ਦੀ ਜਿਹੜੀ ਲੋੜ, ਵੱਡੀ ਲੋੜ ਮੰਨਦੀ ਜਾ ਰਹੀ ਹੈ। ਕੱਲਾ ਆਪਾਂ ਇਹਨੂੰ ਆਰਥਿਕ ਸਮਝੌਤਿਆਂ ਤੇ ਨਹੀਂ ਰੱਖਣਾ ਚਾਹੀਦਾ। ਬਿਲਕੁਲ ਇੱਕ ਗੁਲਦਸਤੇ ਦੇ ਵਿੱਚ ਵੱਖ-ਵੱਖ ਰੰਗਾਂ ਦੇ ਫੁੱਲ ਲੱਗੇ ਹੁੰਦੇ ਆ। ਇਹ ਕਈ ਲੀਡਰਾਂ ਵੱਲੋਂ ਭਾਸ਼ਣ ਦਿੱਤੇ ਜਾਂਦੇ ਰਹੇ ਨੇ, ਕਈ ਜਿਹੜੇ ਮੀਡੀਆ ਐਕਸਪਰਟ ਵੀ ਬੋਲਦੇ ਰਹੇ ਨੇ, ਕਈ ਜਿਹੜੇ ਐਨਾਲਾਈਜ਼ ਕਰਨ ਵਾਲੇ ਲੋਕ ਵੀ ਬੋਲਦੇ ਆ ਕਿ ਭਾਰਤ ਜਿਹੜਾ ਹੈ ਜੀ, ਉਹਦੇ ਵਿੱਚ ਇੱਕ ਗੁਲਦਸਤਾ ਹੈ, ਉਹਦੇ ਵਿੱਚ ਵੱਖ-ਵੱਖ ਰੰਗਾਂ ਦੇ ਫੁੱਲ ਨੇ। ਕਸ਼ਮੀਰ ਦਾ ਅਲੱਗ ਰੰਗ ਹੈ, ਪੰਜਾਬ ਦਾ ਅਲੱਗ ਰੰਗ ਹੈ, ਬੰਗਾਲ, ਉਸ ਤੋਂ ਬਾਅਦ ਹੋਰ ਹਿਮਾਚਲ ਦਾ ਅਲੱਗ ਰੰਗ ਹੈ, ਵੱਖ-ਵੱਖ ਸਟੇਟਾਂ ਨੇ। ਸੋ ਇਸ ਤਰ੍ਹਾਂ ਕਿਸੇ ਵੇਲੇ ਕਿਹਾ ਜਾਂਦਾ ਸੀ, ਪਰ ਅੱਜ ਜਿਹੜਾ ਨੇਸ਼ਨ ਬਿਲਡਿੰਗ ਦੀ ਗੱਲ ਚੱਲ ਪਈ ਹੈ, ਜਿਹਦੇ ਵਿੱਚ ਹੁਣ ਇੱਕ ਬੋਲੀ, ਇੱਕ ਨੇਸ਼ਨ, ਇੱਕ ਹੀ ਸਾਰਾ ਕੁਝ ਹੋਏਗਾ। ਸੋ ਉਹ ਕਿਤੇ ਨਾ ਕਿਤੇ ਰੰਗਾਂ ਨੂੰ ਖਤਮ ਕਰਕੇ ਤਾਂ ਇੱਕ ਫੁੱਲ ਜਿਹੜਾ ਹੋਏਗਾ, ਸ਼ਾਇਦ ਉਹ ਫੁੱਲ ਹੈ ਜਾਂ ਨਹੀਂ, ਇਹਦੇ ਬਾਰੇ ਤਾਂ ਨਹੀਂ ਕਹਿ ਸਕਦੇ, ਪਰ ਇਸ ਤਰ੍ਹਾਂ ਦਾ ਕੁਝ ਸਿਰਜਣ ਦੀਆਂ ਜਿਹੜੀਆਂ ਉਹ ਤਿਆਰੀਆਂ ਹੋ ਰਹੀਆਂ। ਕਿਵੇਂ
ਕਿਵੇਂ ਘੋਖਦੇ ਹੋ ਇਹ ਸਾਰੀ ਸਥਿਤੀ ਨੂੰ ਜੋ ਇਸ ਵੇਲੇ ਬਣਿਆ ਹੋਇਆ ਕਿਸਾਨ ਸੰਘਰਸ਼ ਨੂੰ ਲੈ ਕੇ ਜੋ ਵੀ ਚੱਲ ਰਿਹਾ, ਜਿੱਥੇ ਆਪਾਂ ਗੱਲ ਕੀਤੀ ਹੈ ਵੀ ਇਹ ਆਰਥਿਕਤਾ ਦੇ ਉੱਤੇ ਹੀ ਟਿਕਿਆ ਨਹੀਂ ਹੋਇਆ, ਇਹਦੇ ਵਿੱਚ ਸੰਸਕ੍ਰਿਤੀ ਆਪਾਂ ਜੋ ਪਹਿਲਾਂ ਗੱਲ ਕਰਕੇ ਆਏ ਆ ਵੀ ਉਹਨਾਂ ਦੀ ਸੰਸਕ੍ਰਿਤੀ ਹੋ ਸਕਦੀ ਆ, ਬਲਾਤਕਾਰ ਉਹਨਾਂ ਦੀ ਉਹ ਹਿੱਸਾ ਹੋ ਸਕਦੇ ਨੇ। ਸੋ ਅੱਜ ਸਾਡੀ ਸੰਸਕ੍ਰਿਤੀ ਜਿਹੜੀ ਅਲੱਗ ਹੈਗੀ ਆ, ਸਾਨੂੰ ਆਪਣੇ ਤੇ ਮਾਣ ਵੀ ਹੈ, ਪਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਰਾ ਕੁਝ ਖਤਮ ਕਰਨ ਦੀਆਂ ਤਿਆਰੀਆਂ, ਕਿਵੇਂ ਦੇਖਦੇ ਹੋ ਇਸ ਵੇਲੇ ਸਾਰਾ ਕੁਝ ਜੋ ਹੈ? ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਹੋਈ ਹੈ ਨਾ, ਜਿਹੜੀ ਸੰਘਰਸ਼ ਦੀ, ਇਹਨੂੰ ਆਪਾਂ ਕੱਲਾ ਕਿਸਾਨ ਸੰਘਰਸ਼ ਨਹੀਂ ਕਹਿ ਕੇ ਸੋਚਣੀ, ਇਹ ਨਹੀਂ ਕਹਿ ਸਕਦੇ ਕਿ ਕੱਲਾ ਕਿਸਾਨ ਸੰਘਰਸ਼ ਹੀ ਹੈ। ਇਸ ਤੋਂ ਇਲਾਵਾ ਵੀ ਬਹੁਤ ਕੁਝ ਜਿਹੜਾ ਹੈ ਇਸ ਟਾਈਮ ਜਿਹੜਾ ਲੱਗਿਆ ਹੋਇਆ ਹੈ, ਦਾਅ ਤੇ ਲੱਗਿਆ ਹੋਇਆ ਹੈ। ਹੁਣ ਇੱਥੇ ਫੈਸਲਾ ਕਿਸਾਨਾਂ ਨੇ ਕਰਨਾ ਹੈ ਕਿ ਉਹਨਾਂ ਨੇ ਇਸ ਸੰਘਰਸ਼ ਨੂੰ ਕਿਹੜੇ ਵੱਲ ਨੂੰ ਲੈ ਕੇ ਜਾਣਾ ਹੈ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਆਪਣਾ ਲਾਹਾ ਲੈਣ ਲੱਗੀਆਂ ਹੋਈਆਂ ਨੇ। ਤੁਸੀਂ ਦੇਖਿਆ ਕਿ ਪਿਛਲੇ ਦਿਨੀ ਅਕਾਲੀ ਦਲ ਵੱਲੋਂ ਪਹਿਲਾਂ ਤੇ ਉਹਨਾਂ ਵੱਲੋਂ ਕਹਿ ਲਈਏ ਕਿ ਜਿਹੜਾ ਹੈਗਾ ਅਸਤੀਫਾ ਦਿੱਤਾ ਜਾਂਦਾ ਹੈ ਉੱਥੋਂ ਸੈਂਟਰ ਦੀ, ਜੇ ਆਪਾਂ ਕਹਿ ਲਈਏ ਕਿ ਵਜ਼ੀਰੀ ਤੋਂ, ਫਿਰ ਉਸ ਤੋਂ ਬਾਅਦ ਜਿਹੜਾ ਹੈ ਇੱਕ ਵੱਡਾ ਮਾਰਚ ਕੱਢਿਆ ਜਾਂਦਾ ਹੈ ਤੇ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ, ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ ਕਿਸਾਨ ਹਿਤੈਸ਼ੀ ਹੈਗੇ ਆ। ਹੁਣ ਸਵਾਲ ਇੱਥੇ ਆਈ ਜਾਂਦਾ ਕਿ ਜੇ ਕਾਂਗਰਸ ਕਿਸਾਨ ਹਿਤੈਸ਼ੀ ਸੀ ਤੇ ਕਾਂਗਰਸ ਦੇ ਤੇ ਆਪਣੇ ਮੈਨੀਫੈਸਟੋ ਦੇ ਵਿੱਚ ਹੈ ਕਿ ਉਹਨਾਂ ਨੇ ਇਹ ਲੈ ਕੇ ਆਉਣਾ ਸੀ ਬਿੱਲ, ਉਹਨਾਂ ਦੇ ਪੁਰਾਣੇ ਮੈਨੀਫੈਸਟੋ ਤੁਸੀਂ ਕੱਢ ਕੇ ਦੇਖ ਲਓ ਨਾ, ਕਿ ਉਹ ਵੀ ਹੈ ਕਿਤੇ ਨਾ ਕਿਤੇ ਪੂਰੀ ਪਾਲਿਸੀ ਦਾ ਹਿੱਸਾ ਹੈ। ਆਪਾਂ ਇੱਥੇ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਇਕੱਲਾ ਆਰਥਿਕਤਾ ਦੇ ਨਾਲ ਜੁੜਿਆ ਹੈ। ਤੇ ਜਦੋਂ ਗੱਲ ਪੰਜਾਬ ਦੀ ਆ ਜਾਂਦੀ ਹੈ ਤੇ ਇੱਥੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਆਪਾਂ ਇਹ ਸੁਣਦੇ ਆਏ ਆ, ਤੇ ਇਹਨੂੰ ਇੱਕ ਅੰਦੋਲਨ ਵੀ ਨਹੀਂ ਆਪਾਂ ਕਹਿ ਸਕਦੇ, ਕਿਤੇ ਨਾ ਕਿਤੇ ਜੰਗ ਹੈ ਜਿਹੜੀ ਕਿ ਦੋਨਾਂ ਪਾਸਿਆਂ ਤੋਂ ਲੜੀ ਜਾਣੀ ਹੈ। ਉਹ ਜੰਗ ਦੇ ਨਤੀਜੇ ਕੀ ਨਿਕਲਦੇ ਨੇ ਉਹ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਹੋਣਗੇ, ਕਿਉਂਕਿ ਜਦੋਂ ਆਪਾਂ ਕਹਿ ਲਈਏ ਨਾ ਕਿ ਜੇ ਤਾਂ ਸਿਰਫ ਇਕੱਲਾ ਆਰਥਿਕਤਾ ਨੂੰ ਲੈ ਕੇ ਹੀ ਜੇ ਇੱਥੇ ਢਹਿ ਹੋ ਜਾਂਦੇ ਆ ਜਾਂ ਸਮਝੌਤੇ ਕਰ ਲੈਂਦੇ ਆ ਤੇ ਇਹ ਕੋਈ ਆਪਾਂ ਕਹਿ ਲਈਏ ਕਿ ਚੰਗਾ ਸੌਦਾ ਨਹੀਂ ਹੋਏਗਾ, ਜਿਸ ਹਿਸਾਬ ਦੇ ਨਾਲ ਹੁਣ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ। ਬਿਲਕੁਲ, ਨੇਸ਼ਨ ਬਿਲਡਿੰਗ ਦੀ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਉੱਥੇ ਫਿਰ ਕਾਂਗਰਸ ਸੱਤਾ ਦੇ ਵਿੱਚ ਆ ਜਾਏ ਜਾਂ ਫਿਰ ਬੀਜੇਪੀ, ਗੱਲ ਇੱਕੋ ਹੀ ਚੱਲਣੀ ਹੈ। ਜਿਵੇਂ ਤੁਸੀਂ ਕਹਿ ਰਹੇ ਹੋ, ਮਨਮੋਹਨ ਸਿੰਘ ਹੋਰੀ ਜਦੋਂ ਫਾਈਨੈਂਸ ਮਿਨਿਸਟਰ ਹੁੰਦੇ ਸੀ ਸ਼ਾਇਦ ਕਹਿੰਦੇ ਉਸ ਵੇਲੇ ਵੀ ਇਹ ਕਾਨੂੰਨ ਜਿਹੜੇ ਹੈ ਉਹ ਪਾਸ ਹੋ ਜਾਣੇ ਸੀ। ਖੈਰ ਉਸ ਤੋਂ ਬਾਅਦ ਬੀਜੇਪੀ ਆ ਜਾਂਦੀ ਹੈ। ਹੁਣ ਇਹ ਕਿਸਾਨਾਂ ਦੇ ਮੁੱਦੇ ਤੇ ਲੱਗਦਾ ਤੁਹਾਨੂੰ ਕਿ ਸਰਕਾਰ ਪਿੱਛੇ ਹਟੇਗੀ? ਦੂਸਰਾ ਨਾਲੋਂ ਨਾਲ ਕੁਐਸਚਨ ਮੇਰਾ ਇਹ ਹੈ ਕਿ ਇਸ ਵੇਲੇ ਕਿਸਾਨ ਲੀਡਰ ਨੇ ਜਿਹੜੇ, ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ, ਕਿਵੇਂ ਅੱਗੇ ਚੱਲਣਾ ਚਾਹੀਦਾ? ਜਿਹੜਾ ਕਿਸਾਨਾਂ ਦੇ ਮੁੱਦੇ ਤੇ ਹੈਗਾ ਨਾ, ਸਰਕਾਰ ਪਿੱਛੇ ਹਟੇਗੀ ਕਿ ਨਹੀਂ, ਸਰਕਾਰ ਨੇ ਜੇ ਪਿੱਛੇ ਹਟਣਾ ਹੁੰਦਾ ਤੇ ਜਦੋਂ ਸਰਕਾਰ ਨੇ ਇੰਨਾ ਵਿਰੋਧ ਦੇਖ ਲਿਆ ਸੀ ਤੇ ਉਹ ਹੋ ਸਕਦਾ ਕਿ ਜਿਹੜਾ ਰਾਜ ਸਭਾ ਦੇ ਵਿੱਚੋਂ ਖਾਸ ਕਰਕੇ ਜਿਹੜਾ ਬਿੱਲ ਪਾਸ ਹੋਇਆ ਕਿ ਵੋਟਿੰਗ ਕੀਤੀ ਹੀ ਨਹੀਂ ਗਈ, ਉਹ ਆਪਣੇ ਆਪ ਦੇ ਵਿੱਚ ਸਵਾਲੀਆ ਜਿਹਾ ਲੱਗਦਾ ਕਿ ਸਰਕਾਰ ਇਸ ਨੂੰ ਲੈ ਕੇ ਬੜੀ ਰੂਡ ਹੈਗੀ ਆ ਤੇ ਸਰਕਾਰ ਇਹਨਾਂ ਮਤਲਬ ਸੌਖਾ ਨਹੀਂ ਲੈ ਰਹੀ। ਉਹਨਾਂ ਨੇ ਤਾਂ ਕਿਹਾ ਕਿ ਜਿੱਦਾਂ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਡੰਡਾ ਜਿਹੜਾ ਡੰਡੇ ਦੇ ਜ਼ੋਰ ਤੇ ਸਾਰਾ ਕੁਝ ਕੀਤਾ ਹੈ ਤੇ ਇਹ ਸਾਰੇ ਬਿਲਸ ਨੂੰ ਵੀ ਜਿਹੜਾ ਅਸੀਂ ਇਸੇ ਤਰੀਕੇ ਦੇ ਨਾਲ, ਹੁਣ ਤੇ ਚਲੋ ਐਕਟ ਬਣ ਗਏ ਨੇ ਵੀ ਇਸੇ ਤਰੀਕੇ ਦੇ ਨਾਲ ਹੀ ਚੱਲੇਗਾ, ਅਸੀਂ ਡੰਡੇ ਦੇ ਜ਼ੋਰ ਤੇ ਹੀ ਸਾਰਾ ਕੰਮ ਕਰਾਂਗੇ। ਹੁਣ ਇਹ ਇੰਨਾ ਸੌਖਾ ਨਹੀਂ ਹੈ ਕਿ ਸਰਕਾਰ ਪਿੱਛੇ ਹਟੇਗੀ। ਬਾਕੀ ਅੱਗੋਂ ਜੇ ਆਪਾਂ ਕਹੀਏ ਕਿ ਮੁਹਿੰਮ ਕਿਸ ਤਰ੍ਹਾਂ ਦੀ ਚੱਲਦੀ ਹੈ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਕੀ ਕਈ ਵਾਰੀ ਇਦਾਂ ਹੁੰਦਾ ਕਿ ਇਦਾਂ ਦੀ ਮੁਹਿੰਮ ਦੇ ਵਿੱਚ ਉਹ ਰਾਜਨੀਤਿਕ ਲੀਡਰ ਵਾੜ ਦਿੱਤੇ ਜਾਂਦੇ ਨੇ ਜਾਂ ਜਿਹੜਾ ਮਾਹੌਲ ਹੈਗਾ ਬੜਾ ਡਾਇਵਰਟ ਕਰ ਦਿੱਤਾ ਜਾਂਦਾ ਹੈ। ਕੋਈ ਨਵੀਂ ਘਟਨਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਉੱਭਰ ਕੇ ਆ ਜਾਏਗੀ ਤੇ ਸਾਰਿਆਂ ਦਾ ਧਿਆਨ ਜਿਹੜਾ ਉਧਰੋਂ ਉੱਠ ਕੇ ਤੇ ਦੂਜੇ ਬੰਨੇ ਹੋ ਜਾਊਗਾ। ਜਿਵੇਂ ਹਾਥਰਸ ਦੀ ਘਟਨਾ ਵੀ ਆਪਾਂ ਲੈ ਸਕਦੇ ਹਾਂ। ਖੈਰ ਇਹ ਘਟਨਾ ਅਚਨਚੇਤ ਹੋ ਗਈ ਪਰ ਫਿਰ ਵੀ ਡਾਇਵਰਟ ਹੋਇਆ ਕੁਝ, ਮਤਲਬ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਜਦੋਂ ਜ਼ਿਆਦੀਆਂ ਹੋ ਜਾਣਗੀਆਂ, ਆਪਾਂ ਦੇਖਿਆ ਕਿ ਬਰਗਾੜੀ ਮੋਰਚੇ ਦੇ ਵਿੱਚ ਵੀ 6 ਮਹੀਨੇ ਤੱਕ ਲੋਕ ਜਦੋਂ ਰੈਲੀ ਹੋਈ ਸੀ ਤਿੰਨਾਂ ਪਾਰਟੀਆਂ ਦੀ, ਜੇ ਆਪਾਂ ਗਈ ਤੇ ਉਸ ਦੇ ਵਿੱਚ ਬਰਗਾੜੀ ਮੋਰਚੇ ਵਾਲੀ ਜਿਹੜੀ ਰੈਲੀ ਸੀ ਉਸ ਦੇ ਵਿੱਚ ਬਹੁਤ ਜ਼ਿਆਦਾ ਬੰਦੇ ਸਨ ਤੇ ਇੰਨਾ ਇਫੈਕਟ ਬਰਗਾੜੀ ਮੋਰਚੇ ਨੇ ਪਾ ਦਿੱਤਾ ਸੀ। ਪਰ ਜਦੋਂ ਆਪਾਂ ਕਹੇ ਕਿ ਸੰਘਰਸ਼ ਸਿਖਰ ਤੇ ਸੀਗਾ ਤੇ ਉਦੋਂ ਜਿਹੜਾ ਹੈਗਾ ਮੋਰਚਾ ਚੱਕਣ ਦੀਆਂ ਸਰਕਾਰ ਨੇ ਸਕੀਮਾਂ ਲਾ ਲਈਆਂ, ਕਿਸ ਤਰੀਕੇ ਦੇ ਨਾਲ ਹੋਇਆ ਸਾਰਾ ਕੁਝ ਆਪਣੇ ਸਾਹਮਣੇ ਆ। ਤੇ ਜੇ ਇਦਾਂ ਦਾ ਕੁਝ ਇੱਥੇ ਹੁੰਦਾ ਹੈ ਤੇ ਆਪਣੇ ਆਪ ਦੇ ਵਿੱਚ ਜਿਹੜਾ ਹੈ ਦੁਬਾਰਾ ਜਿਹੜਾ ਸੰਘਰਸ਼ ਨੂੰ ਡਾਮਾਡੋਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਦੂਜਾ ਤੁਹਾਨੂੰ ਦੱਸ ਚਲੀਏ ਕਿ ਹੁਣੇ ਸਾਡੀ ਰਿਪੋਰਟਰ ਦੇ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਦੱਸਿਆ ਕਿ ਬੀਜੇਪੀ ਵੱਲੋਂ ਹੁਣ ਇਦਾਂ ਦੇ ਬਿਆਨ ਦਿੱਤੇ ਜਾਣਗੇ ਜਾਂ ਇਦਾਂ ਦੀਆਂ ਤਿਆਰੀਆਂ ਹੋਣਗੀਆਂ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ। ਬਿਲਕੁਲ, ਤੇ ਸਿੱਖਾਂ ਨੂੰ ਦੁਬਾਰਾ ਜਿਹੜਾ ਹੈ ਉਹੀ ਅੱਤਵਾਦੀ ਗਰਦਾਨਿਆ ਜਾਏਗਾ ਜਾਂ ਉਹਨਾਂ ਤੇ ਇਸ ਤਰੀਕੇ ਦੇ ਲੇਬਲ ਲਾਏ ਜਾਣਗੇ ਇਹਦਾ ਵੱਖਵਾਦੀ ਗੱਲ ਕਰਦੇ ਆ, ਜਾਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਵੀ ਚੱਲ ਸਕਦੀਆਂ ਨੇ। ਔਰ ਇਸ ਤੇ ਵੀ ਕਿਸਾਨ ਆਗੂਆਂ ਨੂੰ, ਖਾਸ ਕਰਕੇ ਜਿਹੜੇ ਕਲਾਕਾਰ ਜੁੜੇ ਹੋਏ ਨੇ, ਉਹਨਾਂ ਨੂੰ ਵੀ ਇੱਥੇ ਜਿਹੜਾ ਸੁਚੇਤ ਹੋਣ ਦੀ ਲੋੜ ਹੈ ਕਿ ਸੰਘਰਸ਼ ਨੂੰ ਕਿਤੇ ਵੀ ਗਲਤ ਪਾਸੇ ਨਾ ਜਾਣ ਦਿੱਤਾ ਜਾਵੇ। ਦੂਜਾ, ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਨਾ ਹੋਣ ਦਿੱਤਾ ਜਾਵੇ, ਕਿਸੇ ਰਾਜਨੀਤਿਕ ਪਾਰਟੀ ਨੂੰ ਜਿਹੜਾ ਹੈ ਇਸ ਦਾ ਲਾਹਾ ਨਾ ਲੈਣ ਦਿੱਤਾ ਜਾਵੇ, ਚਾਹੇ ਉਹ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ। ਕਿਉਂਕਿ ਜੇ ਰਾਜਨੀਤਿਕ ਪਾਰਟੀਆਂ ਦੇ ਨਾਲ ਲੱਗ ਗਿਆ ਸੰਘਰਸ਼ ਤੇ ਫਿਰ ਉਹੀ ਹੋਏਗਾ ਜੋ ਬਰਗਾੜੀ ਮੋਰਚੇ ਦਾ ਹੋਇਆ ਜਾਂ ਉਸ ਤੋਂ ਪਹਿਲਾਂ ਜਿਹੜੇ ਸੰਘਰਸ਼ ਹੋਏ ਨੇ ਉਹਨਾਂ ਦੇ ਵਿੱਚ ਵਾਪਰਿਆ। ਟੀਸੀ ਚਾੜ ਕੇ ਤੇ ਪੌੜੀ ਖਿੱਚਣ ਵਾਲੀ ਗੱਲ ਹੋ ਜਾਣੀ ਹੈ ਫਿਰ, ਕਿਉਂਕਿ ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤਿਆ ਜਾਂਦਾ ਰਿਹਾ, ਚਾਹੇ 47 ਤੋਂ ਪਹਿਲਾਂ ਦੀ ਗੱਲ ਹੋਵੇ, 47 ਹੋਵੇ, ਪੰਜਾਬੀ ਸੂਬਾ ਹੋਵੇ, 78 ਹੋਵੇ, 84 ਹੋਵੇ, ਜਾਂ ਜਿਵੇਂ ਵੀ ਕੀਤਾ ਗਿਆ ਉਸ ਵੇਲੇ। ਇਹਦੇ ਵਿੱਚ ਆਪਾਂ ਇੱਕ ਗੱਲ ਹੋਰ ਐਡ ਕਰ ਦਈਏ ਕਿ ਤੁਸੀਂ ਕਿਹਾ ਸਰਕਾਰ ਕੀ ਪਿੱਛੇ ਹਟੇਗੀ। ਜੇ ਸਰਕਾਰ ਚਾਹੁੰਦੀ ਨਾ ਕਿ ਅਸੀਂ ਇਹਨੂੰ, ਇਸ ਜਿਹੜੀ ਸਿਚੁਏਸ਼ਨ ਨੂੰ ਜਿਹੜਾ ਅਸੀਂ ਖਤਮ ਕਰਨਾ ਜਾਂ ਡਿਫਿਊਜ਼ ਕਰਨਾ
ਕਰਨਾ ਹੈ ਤੇ ਉਹ MSP ਵਾਲਾ ਪੁਆਇੰਟ ਵਿੱਚ ਐਡ ਕਰ ਸਕਦੇ ਸੀ। ਅੱਛਾ, ਉਹ ਕਹਿੰਦੇ ਕਿ ਠੀਕ ਹੈ, ਕਿਉਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਇਹੀ ਮੰਗ ਸੀ ਕਿ MSP ਨੂੰ ਜਿਹੜਾ ਹੈ ਐਡ ਕਰ ਦਿਓ, ਜਾਂ ਥੋੜੀਆਂ ਜਿਹੜੀਆਂ ਐਡਵਾਈਜ਼ਰੀ ਸੀਗੀਆਂ ਉਹ ਐਡਵਾਈਜ਼ਰੀ ਐਕਟ ਦੇ ਵਿੱਚ ਐਡ ਹੋ ਸਕਦੀਆਂ ਸੀ। ਪਰ ਸਰਕਾਰ ਇੱਕ ਵਾਰੀ ਤਾਂ ਆਪਾਂ ਕਹੀਏ ਜੇ ਐਟ ਦਾ ਮੋਮੈਂਟ ਤੇ ਸਰਕਾਰ ਡਟੀ ਹੋਈ ਹੈ ਕਿ ਉਹ ਇੰਨੀ ਸੌਖੀ ਜਿਹੜਾ ਹਾਰ ਮੰਨਣ ਵਾਲੀ ਨਹੀਂ ਹੈ, ਕਿਉਂਕਿ ਉਹਨਾਂ ਦੇ ਕੋਲ ਲੋਕ ਸਭਾ ਦੇ ਵਿੱਚ ਮੈਜੋਰਿਟੀ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਕਦਮ ਇਹੋ ਜਿਹੇ ਚੁੱਕ ਲਏ ਆ ਜਿਹੜੇ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਸਸਪੈਂਡ ਕਰਾਂਗੇ, ਉਹੀ ਉਹਨਾਂ ਨੇ ਕਰਤਾ। ਫਿਰ ਉਸ ਤੋਂ ਬਾਅਦ ਬਾਬਰੀ ਮਸਜਿਦ ਵਾਲਾ ਜਿਹੜਾ ਹੈ, ਇਹ ਸਾਰਾ ਕੁਝ ਆਪਣੇ ਸਾਹਮਣੇ ਹੋਇਆ। CAA NRC ਹੋ ਗਿਆ ਜਾਂ ਸਾਰਾ ਕੁਝ ਜੀ ਜੀ, ਤੇ ਇੰਨਾ ਸੌਖਾ ਨਹੀਂ ਹੈ। ਬਿਲਕੁਲ ਬਿਲਕੁਲ। ਹੁਣ ਜਿਵੇਂ ਆਪਾਂ ਗੱਲ ਕਰਕੇ ਹਟਿਆ, ਤੁਸੀਂ ਹੁਣੇ ਇੱਕ ਗੱਲ ਕਹੀ ਹੈ ਤੇ ਇੱਕ ਇਹੋ ਜਿਹਾ ਬਿਆਨ ਆ ਵੀ ਚੁੱਕਿਆ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ। ਹੰਸਰਾਜ ਹੰਸ ਜੀ ਜੀ, BJP ਦੇ ਹੰਸਰਾਜ ਹੰਸ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਅੱਜ ਦਾ ਇਹ ਬਿਆਨ ਹੈਗਾ। ਉਹਨਾਂ ਨੇ ਦਸਤਾਰ ਸਜਾਈ ਹੋਈ ਹੈ, ਦਿੱਲੀ ਤੋਂ ਸ਼ਾਇਦ ਉਹ ਪੰਜਾਬ ਪਰਤੇ ਨੇ। ਉੱਥੇ ਆਉਂਦੇ ਆ ਉਹਨਾਂ ਦੇ ਘਰ ਦੇ ਬਾਹਰ ਸਿਕਿਉਰਿਟੀ ਵੀ ਲੱਗੀ ਹੋਈ ਹੈ, ਕਿਉਂਕਿ BJP ਨੇਤਾਵਾਂ ਦਾ ਇਸ ਵੇਲੇ ਔਖਾ ਹੈ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਨੂੰ ਫੜਿਆ ਜਾ ਰਿਹਾ, ਉਹਨਾਂ ਦੀ ਖਿੱਚ ਧੂ ਹੋ ਰਹੀ ਹੈ। ਸੋ ਹੰਸਰਾਜ ਹੰਸ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਜੀ, ਉਹ ਗੌਰਤਲਬ ਹੈਗਾ। ਜਿਵੇਂ ਅਸੀਂ ਗੱਲ ਕਰਕੇ ਹਟੇ ਹਾਂ, ਉਹਨਾਂ ਦਾ ਕਹਿਣਾ ਹੈ ਕਿ ਇੱਕ ਉਹ ਸਮਾਂ ਸੀ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ, ਬਹੁਤ ਤਰੀਕੇ ਦੇ ਨਾਲ ਬੜੀ ਮੁਸ਼ਕਲ ਆਪਾਂ ਸ਼ਾਂਤੀ ਲੈ ਕੇ ਆਏ ਹਾਂ। ਸੋ ਅੱਜ ਕਿਤੇ ਇਸ ਤਰ੍ਹਾਂ ਨਾ ਹੋ ਜਾਏ ਦੁਬਾਰਾ ਜਿਹੜਾ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲੱਗ ਜੇ, ਸਾਡੇ ਕੋਲੋਂ ਹੁਣ ਸਾਂਭਿਆ ਨਹੀਂ ਜਾਣਾ, ਉਹਨਾਂ ਨੇ ਗੱਲ ਕਹਿ ਦਿੱਤੀ ਹੈ ਜੀ। ਹੁਣ ਤੁਸੀਂ ਇਹਦੀ ਜਿਹੜੀ ਦੇਖੋਗੇ ਕਿਸ ਤਰੀਕੇ ਦੇ ਨਾਲ ਉਹ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਦਿੱਲੀ ਦੇ ਵਿੱਚੋਂ, ਔਰ ਉਹਨਾਂ ਨੂੰ ਸਪੈਸ਼ਲੀ ਪੰਜਾਬ ਭੇਜਿਆ ਗਿਆ, ਬਿਲਕੁਲ ਦਸਤਾਰ ਸਜਾਈ ਗਈ, ਕਿਤੇ ਨਾ ਕਿਤੇ ਉਹਨੂੰ ਐਜ਼ ਏ ਸਿੱਖਾਂ ਦਾ ਚਿੰਤਕ, ਜਾਂ ਕਿਉਂਕਿ ਸਿੱਖਾਂ ਦੇ ਵਿੱਚ ਆਲਰੇਡੀ ਰਾਜ ਗਾਇਕ ਦੇ ਤੌਰ ਤੇ ਵੀ ਮੇਰਾ ਖਿਆਲ ਨੂੰ ਆਬਾਦੀ ਮਿਲੀ ਹੋਈ ਹੈ। ਉਹਨਾਂ ਦੇ ਜਿਹੜੇ ਗਾਣੇ ਨੇ ਬਹੁਤ ਸਾਰੇ ਲੋਕ ਪਸੰਦ ਕਰਦੇ ਨੇ। ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਤੇ ਜ਼ਿਆਦਾ ਆਪਣੇ ਬਜ਼ੁਰਗ ਨੇ ਤੇ ਉਹ ਵੀ ਉਹਨਾਂ ਨੂੰ ਸੁਣਦੇ ਰਹੇ ਨੇ, ਤੇ ਉਹ ਇਦਾਂ ਦੇ ਜਿਹੜੇ ਲੀਡਰ ਹੁਣ ਵੱਧ ਲੈ ਕੇ ਆਏ ਜਾਣਗੇ, ਔਰ ਕਿਤੇ ਨਾ ਕਿਤੇ ਜਿਹੜਾ ਹੈ ਇਹ ਸਾਰਾ ਕੰਮ ਉਸੇ ਤਰੀਕੇ ਦੇ ਨਾਲ ਹੀ ਵਾਪਰੇਗਾ ਜੋ ਪਿਛਲੇ ਸੰਘਰਸ਼ ਦੇ ਵਿੱਚ ਹੋਇਆ ਹੈ। ਜਾਂ ਆਪਾਂ ਦੇਖਿਆ ਜੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋਰ ਜ਼ਿਆਦਾ ਹੋਏਗੀ, ਹੋ ਸਕਦਾ ਕੋਈ ਘਟਨਾਵਾਂ ਵੀ ਹੋ ਜਾਣ ਕੋਈ ਇਦਾਂ ਦੀਆਂ, ਤੇ ਇਹਦੇ ਲਈ ਜਿਹੜਾ ਹੈ ਕਿਸਾਨ ਨੇਤਾਵਾਂ ਨੂੰ, ਜੇ ਆਪਾਂ ਕਹਿ ਲਈਏ ਕਿ ਜਾਂ ਜਿਹੜੇ ਵੀ ਲੋਕ ਸੰਘਰਸ਼ ਦੇ ਨਾਲ ਜੁੜੇ ਨੇ, ਉਹਨਾਂ ਨੂੰ ਇਸ ਦੇ ਵਿੱਚ ਅੱਗੇ ਲੀਡ ਕਰਨਾ ਪਵੇਗਾ, ਔਰ ਸੁਚੇਤ ਰਹਿਣਾ ਪਵੇਗਾ ਕਿ ਕਿਤੇ ਨਾ ਕਿਤੇ ਸਾਨੂੰ ਇਹ ਦੇਖਣਾ ਪਵੇਗਾ ਕਿ ਸੰਘਰਸ਼ ਗਲਤ ਪਾਸੇ ਨਾ ਚੱਲ ਜੇ, ਜੋ ਮੁਹਿੰਮ ਹੈਗੀ ਆ ਉਹ ਡਾਇਵਰਟ ਨਾ ਹੋ ਜੇ, ਕਿਤੇ ਇਦਾਂ ਨਾ ਹੋਵੇ ਕਿ ਬਾਅਦ ਦੇ ਵਿੱਚ ਜਿਹੜਾ ਹੈ ਸਾਨੂੰ ਇਹਦਾ ਕਹੀਏ ਕਿ ਨਤੀਜੇ ਜਿਹੜੇ ਗਲਤ ਭੁਗਤਨੇ ਪੈਣ। ਸੁਚੇਤ ਹੋਣ ਦੀ ਲੋੜ ਸਭ ਤੋਂ ਵੱਡੀ ਦੇਖੀ ਜਾਂਦੀ ਹੈ। ਦੂਜਾ ਤੁਸੀਂ ਕਿਹਾ ਸੀ ਕਿ ਸਰਕਾਰ ਪਿੱਛੇ ਹਟੇਗੀ ਕਿ ਨਹੀਂ। ਜੀ ਜੀ, ਇੱਥੇ ਸੈਂਟਰ ਗਵਰਨਮੈਂਟ ਦਾ ਜੇ ਆਪਾਂ ਕਹੇ ਨੇ ਕਿ ਜੇ ਪਿੱਛੇ ਹਟਦੀ ਹੈ, ਕਿਉਂਕਿ ਜੋ ਉਹਨਾਂ ਦੀ ਲਹਿਰ ਚੱਲ ਰਹੀ ਹੈ ਨਾ ਨੇਸ਼ਨਲ ਬਿਲਡਿੰਗ ਦੀ, ਵਨ ਨੇਸ਼ਨ ਵਨ ਲੈਂਗੁਏਜ, ਉਹ ਸਾਰਾ ਜੋ ਚੱਲ ਰਿਹਾ ਪ੍ਰੋਸੀਜਰ, ਜੇ ਤਾਂ ਉਹ ਪਿੱਛੇ ਹਟਦੇ ਆ ਕਿਤੇ ਨਾ ਕਿਤੇ ਦੇ ਉੱਤੇ ਥੋੜੀ ਦੇਰ ਲਈ ਰੋਕ ਲੱਗੇਗੀ। ਪਰ ਜੇ ਉਹ ਪਿੱਛੇ ਨਹੀਂ ਹਟਦੇ, ਜੇ ਇਸੇ ਨੂੰ ਵੀ ਉਹ ਕ੍ਰਸ਼ ਕਰ ਦਿੰਦੇ ਆ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ ਕੀਤਾ ਹੈ, ਤੇ ਫਿਰ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਹੰਕਾਰ ਆਵੇਗਾ। ਫਿਰ ਆਉਣ ਵਾਲੇ ਜਿਹੜੇ ਬਿੱਲ ਹੈਗੇ ਨੇ, ਹੁਣ ਆਪਾਂ ਇੱਥੇ ਕਿਸਾਨੀ ਦੀ ਗੱਲ ਕਰ ਰਹੇ, ਇੱਕ ਮਜ਼ਦੂਰ ਵਾਲਾ ਵੀ ਜਿਹੜਾ ਇੱਕ ਐਕਟ ਹੈ, ਉਹ ਵੀ ਉਹਨਾਂ ਨੇ ਇਸੇ ਰੌਲੇ ਗਲੇ ਪਾਸ ਕਰ ਦਿੱਤਾ। ਬਿਲਕੁਲ। ਔਰ ਉਸ ਦੀਆਂ ਵੀ ਜੇ ਆਪਾਂ ਕਹੀਏ ਨਾ ਕਿ ਜਦੋਂ ਉਹਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਹੈਗੀਆਂ ਨੇ ਕਿ ਉਹਨਾਂ ਤੁਹਾਨੂੰ ਕੰਮਾਂ ਤੋਂ ਕੱਢਿਆ ਜਾ ਸਕਦਾ ਹੈ। ਜਿਹੜੀਆਂ ਫੈਕਟਰੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਤੁਸੀਂ ਬਿਨਾਂ ਨੋਟਿਸ ਤੋਂ ਜਾਂ ਜਿਸ ਤਰੀਕੇ ਨਾਲ ਉਸ ਨੂੰ ਕੱਢ ਸਕਦੇ ਹੋ, ਉਸ ਤੇ ਵੀ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਲੇਕਿਨ ਇਸ ਤਰ੍ਹਾਂ ਦੇ ਬਿੱਲ ਹੋਰ ਆਉਣ ਦੀ ਜਿਹੜੀ ਉਮੀਦ ਹੈ, ਕਿਉਂਕਿ ਜੇ ਇਸ ਤਰ੍ਹਾਂ ਸਰਕਾਰ ਨਹੀਂ ਰੁਕਦੀ, ਜਾਂ ਜਦੋਂ ਬੰਦੇ ਨੂੰ ਹੁੰਦਾ ਹੀ ਹੈ ਕਿ ਹੰਕਾਰ ਆਉਂਦਾ ਹੈਗਾ, ਉਹਨੂੰ ਪਤਾ ਮੈਨੂੰ ਰੋਕਣ ਵਾਲਾ ਕਿਹੜਾ ਹੈਗਾ, ਤੇ ਉਹਦੇ ਨਾਲ ਜਿਹੜਾ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫਰਕ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਪਵੇਗਾ। ਬਿਲਕੁਲ ਬਿਲਕੁਲ। ਜਿਵੇਂ ਅੰਮ੍ਰਿਤਸਰ ਦੇ ਵਿੱਚ BJP ਦੇ ਨਾਲ ਸੰਬੰਧਿਤ ਲੋਕਾਂ ਵੱਲੋਂ ਭੰਗੜਾ ਪਾਇਆ ਗਿਆ ਜਦੋਂ ਇਹ ਕਾਨੂੰਨ ਜਿਹੜੇ ਬਣ ਚੁੱਕੇ ਸੀ। ਸੋ ਜਿਵੇਂ ਤੁਸੀਂ ਹੰਸਰਾਜ ਹੰਸਰਾਂ ਦੀ ਗੱਲ ਕੀਤੀ, ਉਹਨਾਂ ਦੇ ਗੀਤਾਂ ਦੀ ਗੱਲ ਕੀਤੀ ਹੈ, ਤਾਂ ਇਹ ਦੂਸਰਾ ਵਰਜ਼ਨ ਉਹਨਾਂ ਦੇ ਗੀਤ ਦਾ ਹੋਏਗਾ ਜਿਹੜਾ ਉਹਨਾਂ ਨੇ ਪਹਿਲੇ ਸੰਘਰਸ਼ ਦੇ ਸਮੇਂ ਗਾਇਆ ਸੀ, ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ। ਸੋ ਕਿਤੇ ਨਾ ਕਿਤੇ ਉਸ ਗਾਣੇ ਦਾ ਦੂਸਰਾ ਵਰਜ਼ਨ ਅੱਜ ਉਹਨਾਂ ਨੇ ਮੀਡੀਆ ਉਸ ਪ੍ਰੈਸ ਮਿਲਣੀ ਦੇ ਵਿੱਚ ਦਿੱਤਾ ਹੈ ਵੀ ਬਚ ਜਾਓ ਇੱਕ ਵਾਰ ਫੇਰ ਮੈਂ ਤੁਹਾਨੂੰ ਜਿਹੜਾ ਕਹਿ ਰਿਹਾ, ਉਸ ਵੇਲੇ ਵੀ ਕਿਹਾ ਸੀ, ਅੱਜ ਵੀ ਕਹਿ ਰਿਹਾ। ਸੋ ਕਿਤੇ ਨਾ ਕਿਤੇ ਲੱਗਦਾ ਵੀ ਇਹ ਸਾਰਾ ਕੁਝ ਜਿਹੜਾ ਵਾਪਰ ਸਕਦਾ ਹੈ। ਸੁਚੇਤ ਹੋਣਾ, ਕਿਉਂਕਿ ਪੁਰਾਣੇ ਸੰਘਰਸ਼ਾਂ ਤੋਂ ਸਿੱਖਣਾ ਇਹ ਆਮ ਇੱਕ ਗੱਲ ਕਹਿ ਲਈਏ ਵੀ ਹੋਣਾ ਚਾਹੀਦਾ, ਵੀ ਆਪਾਂ ਨੂੰ ਸਿੱਖਣਾ ਚਾਹੀਦਾ ਕਿ ਉਹ ਪਹਿਲਾਂ ਵਰਗਾ ਨੁਕਸਾਨ ਜਿਹੜਾ ਭਾਰੀ ਪਹਿਲਾਂ ਹੋਇਆ ਉਹ ਨਾ ਹੋਵੇ। ਗੱਲ ਫਿਰ ਤੀਰ ਵਾਲੇ ਬਾਬੇ ਦੀ ਆ ਜਾਂਦੀ ਹੈ। ਕਿਸਾਨਾਂ ਦੇ ਸੰਘਰਸ਼ ਦੀ ਜਦੋਂ ਗੱਲ ਕਰਦੇ ਹਾਂ ਤਾਂ ਇੱਕ ਮਤਾ ਸੀ ਅਨੰਦਪੁਰ ਸਾਹਿਬ ਦੇ ਵਿੱਚ, ਮਤੇ ਦੇ ਵਿੱਚ ਕਿ ਇੱਕ ਟਰਮ ਸੀਗੀ ਕਿ ਜਿਹੜੇ ਰੇਟ ਨੇ ਫਸਲਾਂ ਦੇ ਉਹ ਆਪਾਂ ਤੈਅ ਕਰਾਂਗੇ, ਯਾਨੀ ਕਿ ਪੰਜਾਬ ਸਰਕਾਰ ਤੈਅ ਕਰੇਗੀ। ਅੱਜ ਇਸ ਮਸਲੇ ਨੂੰ ਲੈ ਕੇ ਜਿੱਥੇ ਜਦੋਂ ਬਲਾਤਕਾਰਾਂ ਦੀ ਗੱਲ ਚੱਲਦੀ ਹੈ ਜਾਂ ਕੁਝ ਇਸ ਤਰ੍ਹਾਂ ਦਾ ਹੁੰਦਾ, ਅੱਜ ਕਿਸਾਨੀ ਨੂੰ ਲੈ ਕੇ ਵੀ ਸੰਤਾਂ ਦੀ ਯਾਦ ਜਿਹੜੀ ਹੈ ਉਹ ਦੁਬਾਰਾ ਜਿਹੜੀ ਤਾਜ਼ੀ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ। ਸੋਸ਼ਲ ਮੀਡੀਆ ਤੇ ਬਿਲਕੁਲ। ਔਰ ਇਹੋ ਜਿਹਾ ਵੀ ਕਿਹਾ ਜਾ ਰਿਹਾ ਕਿ ਜੇ ਉਦੋਂ ਸੰਤ ਜਰਨੈਲ ਸਿੰਘ ਉਹਨਾਂ ਦਾ ਸਾਥ ਦਿੱਤਾ ਹੁੰਦਾ ਤੇ ਅੱਜ ਦੇਣੇ ਵਾਲੇ ਦੇਖਣ ਨੂੰ ਨਹੀਂ ਸੀ ਮਿਲਣੇ। ਗੱਲ ਜਿਹੜੀ ਦੁਬਾਰਾ ਹੈ ਉਹੀ ਫੈਡਰਲਿਜ਼ਮ ਦੇ ਵੱਲ ਤੁਰ ਪਈ ਹੋਈ ਹੈ ਕਿ ਕਿਤੇ ਨਾ ਕਿਤੇ ਸਟੇਟਸ ਨੂੰ ਵੱਧ ਅਧਿਕਾਰ ਜਿਹੜੇ ਨੇ ਉਹ ਦਿੱਤੇ ਜਾਣ। ਤੁਸੀਂ ਦੇਖੋ ਕਿ ਜੋ ਸੈਂਟਰ
ਸੈਂਟਰ ਵੱਲੋਂ ਜੋ ਚੱਲ ਰਿਹਾ ਹੈ ਜੀ, ਸੈਂਟਰ ਤੇ ਉਲਟਾ ਵੱਧ ਅਧਿਕਾਰ ਲੈ ਰਿਹਾ ਹੈ, ਸੈਂਟਰ ਤੇ ਸਾਰੀ ਪਾਵਰ ਆਪਣੇ ਕੋਲ ਰੱਖ ਰਿਹਾ ਹੈ। ਪਰ ਦੂਜੇ ਬੰਨੇ ਜੋ ਉਸ ਟਾਈਮ ਤੇ ਸੰਘਰਸ਼ ਸੀ, ਹੁਣ ਤੇ ਗੱਲ ਇਹ ਤੋਂ ਅੱਗੇ ਦੀ ਹੈ। ਹੁਣ ਤੇ ਰਾਜਨੀਤਿਕ ਆਪਾਂ ਕਹੀਏ ਕਿ ਜੋ ਇੱਛਾਵਾਂ ਨੇ ਉਹ ਵੱਧ ਗਈਆਂ ਨੇ, ਜਾਂ ਜਿਹੜਾ ਕੱਲਾ ਫੈਡਰਲਿਜ਼ਮ ਨਾਲ ਵੀ ਜਿਹੜਾ ਸਿੱਖਾਂ ਦਾ ਗੁਜ਼ਾਰਾ ਇਸ ਟਾਈਮ ਤੇ ਨਹੀਂ ਹੋ ਸਕਦਾ। ਇਹ ਜੋ ਸਿੱਖ ਨੀਤੀਵਾਨਾਂ ਦਾ, ਜੇ ਆਪਾਂ ਕਹੀਏ ਕਿ ਜਾਂ ਸਿੱਖ ਵਿਦਵਾਨਾਂ ਦਾ ਇਹ ਕਹਿਣਾ ਹੈਗਾ। ਤੇ ਦੂਜੇ ਬੰਨੇ ਜੇ ਆਪਾਂ ਦੇਖੀਏ ਕਿ ਹੁਣ ਗੱਲ ਜੇ ਫੈਡਰਲਿਜ਼ਮ ਤੇ ਜਾ ਕੇ ਰੁਕਦੀ ਹੈ ਤੇ ਉਹ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਠੀਕ ਹੈ। ਹੁਣ ਇਸ ਨੂੰ ਸੰਘਰਸ਼ ਨੂੰ ਛੋਟੇ ਰੂਪ ਦੇ ਵਿੱਚ ਨਹੀਂ ਲੈਣਾ ਚਾਹੀਦਾ ਕਿ ਮੰਨ ਲਓ 2-4 ਮੰਗਾਂ ਤੁਹਾਡੀਆਂ ਮੰਨ ਲੈਂਦੇ ਨੇ ਤੇ ਉੱਥੇ ਖਤਮ ਕਰ ਦਿਓ। ਸਿੱਖ ਚਿੰਤਕਾਂ ਦਾ ਇਹ ਕਹਿਣਾ ਕਿ ਕਿਸੇ ਤਰੀਕੇ ਦੇ ਨਾਲ ਜੇ ਉਹ ਚਾਹੁੰਦੇ ਨੇ ਕਿ ਇਸ ਨੂੰ ਹੁਣੇ ਥੋੜੀ ਦੇਰ ਲਈ ਤੁਸੀਂ ਡਿਫਿਊਜ਼ ਕਰ ਦਿਓ ਤੇ ਹੋ ਸਕਦਾ ਉਹ ਤੁਹਾਡੀਆਂ 2-4 ਮੰਗਾਂ ਮੰਨ ਲੈਣ ਤੇ ਫਿਰ ਉਸ ਤੋਂ ਬਾਅਦ ਸਾਰੇ ਮੋਰਚੇ ਤੁਸੀਂ ਬੰਦ ਕਰ ਦਿਓ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਉਹ ਪ੍ਰਪੇਅਰ ਹੋ ਕੇ ਆਉਣ। ਹੁਣ ਨਹੀਂ ਆਉਣਗੇ, 10 ਸਾਲਾਂ ਨੂੰ ਆ ਜਾਣਗੇ, ਕਿਉਂਕਿ ਹੋਇਆ ਇਦਾਂ ਹੀ ਹੈ। ਜੇ ਉਦੋਂ ਕਿਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਫਿਰਕੂ ਮਤਾ ਨਾ ਗਰਦਾਨਿਆ ਹੁੰਦਾ, ਜੇ ਸਾਰੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਹੁੰਦਾ ਤੇ ਅੱਜ ਇਹ ਵਾਲੀ ਸਮੱਸਿਆ ਆਉਣੀ ਨਹੀਂ ਸੀ ਆਉਣੀ। ਬਿਲਕੁਲ। ਇਹਦੇ ਨਾਲ ਹੋਰ ਕਾਫੀ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋ ਜਾਣੀਆਂ ਸੀ, ਕਿਉਂਕਿ ਪੰਜਾਬ ਦੇ ਲੋਕਾਂ ਦਾ ਹੀ ਨਹੀਂ, ਹਰ ਇੱਕ ਸਟੇਟ ਦਾ ਭਲਾ ਸੀਗਾ ਉਹਦੇ ਵਿੱਚ, ਕਿਉਂਕਿ ਸਟੇਟਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਸੀ, ਸਾਰਿਆਂ ਦੀ ਭਲਾਈ ਵਾਸਤੇ ਸੀਗਾ। ਪਰ ਉਸ ਨੂੰ ਗਰਦਾਨਿਆ ਜਿਹੜਾ ਹੈ ਉਹ ਇੱਕ ਆਪਾਂ ਕਹਿ ਲਈਏ ਫਿਰਕਾ ਪ੍ਰਸਤ ਜਾਂ ਕੁਛ ਇਸ ਤਰ੍ਹਾਂ ਦਾ ਕਹਿ ਕੇ। ਖੈਰ ਇਹ ਵਿਸ਼ਾ ਬਹੁਤ ਲੰਬਾ ਹੈ, ਤੁਸੀਂ ਅਕਾਲ ਚੈਨਲ ਦੇ ਉੱਤੇ ਐਸੇ ਬਹੁਤ ਸਾਰੇ ਪ੍ਰੋਗਰਾਮ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਵੀ ਦੇਖੇ ਹੋਣਗੇ, ਸੋ ਉਹਦੇ ਵਿੱਚ ਬਹੁਤ ਵਿਸਤਾਰ ਦੇ ਨਾਲ ਸਮਝਾਇਆ ਗਿਆ। YouTube ਚੈਨਲ ਅਕਾਲ ਚੈਨਲ ਦਾ ਉੱਥੇ ਪਿਆ ਹੋਇਆ ਸਾਰਾ ਮਟੀਰੀਅਲ ਤੁਸੀਂ ਦੇਖ ਸਕਦੇ ਹੋ ਜਾ ਕੇ। ਟੈਕਨੀਕਲ ਟਰਮਸ ਦੇ ਉੱਤੇ ਇਹ ਐਕਟ ਜਿਹੜੇ ਹੈ ਉਹ ਚੈਲੰਜ ਹੋ ਸਕਦੇ ਨੇ ਤੁਹਾਡੇ ਹਿਸਾਬ ਦੇ ਨਾਲ? ਟੈਕਨੀਕਲ ਟਰਮਸ ਦੇ ਉੱਤੇ ਐਕਟ ਚੈਲੰਜ ਹੋ ਸਕਦੇ ਨੇ, ਕੋਈ ਇਹਦੇ ਵਿੱਚ ਉਹ ਨਹੀਂ, ਪਰ ਜਿਹੜਾ ਤਰੀਕਾ ਹੈ ਇਹ ਹੁਣ ਤੁਸੀਂ ਇੱਥੇ ਫਿਰ ਆ ਜਾਂਦਾ ਕਿ ਜੇ ਰਾਜਨੀਤੀਵਾਨ ਸੂਝਵਾਨ ਹੋਣ, ਇੱਕ ਤੇ ਇੱਥੇ ਪੰਜਾਬ ਸਰਕਾਰ ਨੂੰ ਸੂਝਵਾਨ ਹੋਣ ਦੀ ਲੋੜ ਹੈ, ਉਹਨਾਂ ਨੂੰ ਇਹ ਕੇਸ ਲੜਨਾ ਪਵੇਗਾ। ਪਰ ਜਦੋਂ ਆਪਾਂ ਦੇਖਿਆ ਨਾ ਕਿ ਜਦੋਂ ਕੇਸ ਲੜਨ ਦੀ ਗੱਲ ਆਉਂਦੀ ਹੈ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜਿਹੜੀ ਵੀਕਨੈਸ ਰਹੀ ਹੈਗੀ ਹੈ, ਚਾਹੇ ਉਹ ਸੁਮੇਧ ਸੈਣੀ ਵਾਲਾ ਕੇਸ ਹੋਵੇ ਜਾਂ ਇਦਾਂ ਦੇ ਬਹੁਤ ਸਾਰੇ ਕੇਸ ਜਿਹੜੇ ਆ ਪਹਿਲਾਂ ਹੋ ਚੁੱਕੇ ਆ, ਸਾਡੇ ਸਾਹਮਣੇ ਆ। ਹੁਣ ਉਹ ਵੀਕਨੈਸ ਕਿਉਂ ਹੈ ਤੇ ਪੰਜਾਬ ਸਰਕਾਰ ਹੀ ਦੱਸ ਸਕਦੀ ਹੈ। ਪਰ ਇਸ ਦੇ ਵਿੱਚ ਜਿਹੜਾ ਹੈ ਨਾ, ਅੱਜ ਵੀ ਅਸੀਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਹੋਣਾ ਦੀ ਜਿਹੜੀ ਪ੍ਰੈਸ ਕਾਨਫਰੰਸ, ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਗ੍ਰਾਮ ਸਭਾਵਾਂ ਦੇ ਵਿੱਚ ਜਾਵਾਂਗੇ। ਗ੍ਰਾਮ ਸਭਾ ਹੁੰਦੀ ਹੈ ਜਿੱਦਾਂ ਲੋਕ ਸਭਾ ਹੁੰਦੀ, ਇਦਾਂ ਹੀ ਗ੍ਰਾਮ ਸਭਾ ਹੁੰਦੀ। ਪਰ ਉਸ ਦੇ ਵਿੱਚ ਇਹ ਕੀ ਹੈ ਕਿ ਇਹ ਅਜੋਕੇ ਸਮੇਂ ਦੇ ਵਿੱਚ ਇਹ ਕੋਈ ਐਕਟ ਨਹੀਂ ਕਰਦੀ, ਇਹ ਪੰਚਾਇਤਾਂ ਦੀ ਹੁੰਦੀ ਆ। ਪੰਚਾਇਤਾਂ ਦੇ ਵਿੱਚ ਮਤੇ ਪਾਸ ਕੀਤੇ ਜਾਣ, ਫਿਰ ਉਸ ਤੋਂ ਬਾਅਦ ਗ੍ਰਾਮ ਸਭਾ ਦੇ ਹੋਣ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸਾਰਾ ਜਿਹੜਾ ਕੇਸ ਹੈ ਇਹ ਫਿਰ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋ ਸਕਦਾ ਹੈ। ਤੇ ਪਿੱਛੇ ਜਿਹੇ ਬੀਬੀ ਸੋਨੀਆ ਗਾਂਧੀ ਹੋਣਾ ਦਾ ਵੀ ਬਿਆਨ ਆਇਆ ਸੀ ਕਿ ਜਿੱਥੇ ਜਿੱਥੇ ਕਾਂਗਰਸ ਦੀ ਸਟੇਟ ਹੈਗੀ ਹੈ, ਅਸੀਂ ਉਹਨਾਂ ਨੂੰ ਸੰਵਿਧਾਨ ਦੀ ਜਿਹੜੀ ਉਹ ਕਹਿੰਦੇ ਕਿ ਧਾਰਾ ਹੈਗੀ ਆ 254 ਕਾਲਮ ਹੈਗਾ 2, ਉਹ ਕਹਿੰਦੇ ਕਿ ਇਸ ਨੂੰ ਟੈਕਨੀਕਲ ਤਰੀਕੇ ਦੇ ਨਾਲ ਉਸ ਦੇ ਵਿੱਚ ਜਿਹੜੇ ਕਾਨੂੰਨ ਬਣਾ ਕੇ ਜਿਹੜਾ ਹੈ ਅਸੀਂ ਇਸ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਜਿਹੜੀ ਹੈ ਪੂਰੀ ਕਰਾਂਗੇ। ਮਤਲਬ ਕਿਤੇ ਨਾ ਕਿਤੇ ਹੋ ਸਕਦਾ, ਇਸ ਤਰ੍ਹਾਂ ਨਹੀਂ ਹੈ ਕਿ ਟੈਕਨੀਕਲ ਟਰਮਸ ਦੇ ਉੱਤੇ ਚੈਲੰਜ ਨਹੀਂ ਹੋ ਸਕਦਾ, ਪਰ ਇਸ ਦੇ ਉੱਤੇ ਕੰਮ ਜ਼ਿਆਦਾ ਕਰਨਾ ਪਊਗਾ। ਪਰ ਇੱਥੇ ਦੇਖਣਾ ਇਹ ਹੈ ਕਿ ਕੀ ਸਾਡਾ ਮੋਟਿਵ ਕੀ ਹੈਗਾ, ਕੀ ਅਸੀਂ ਇਸ ਦੇ ਵਿੱਚੋਂ ਕੁਝ ਕੱਢਣਾ ਚਾਹੁੰਦੇ ਹਾਂ, ਜਾਂ ਫਿਰ ਜਿਸ ਤਰੀਕੇ ਨਾਲ ਅੱਜ ਰੈਲੀਆਂ ਹੋ ਰਹੀਆਂ ਨੇ, ਲੱਗਦਾ ਤਾਂ ਇਹ ਹੈ ਕਿ 2022 ਦੇ ਜਿਹੜੇ ਪੰਜਾਬ ਇਲੈਕਸ਼ਨ ਨੇ ਉਹਨਾਂ ਦੀ ਰੈਲੀ ਚੱਲ ਰਹੀ ਹੈ। ਕਿਉਂਕਿ ਜਿਹੜੇ ਵੱਡੇ ਸਾਰੇ ਪੋਸਟਰ ਨੇ ਉੱਤੇ ਕੋਈ ਕਿਸਾਨਾਂ ਦੀ ਗੱਲ ਨਹੀਂ ਹੈਗੀ ਨਾ ਜੀ ਨਾ, ਉੱਤੇ ਜਿਹੜੀ ਆਪਾਂ ਕਹੀਏ ਕਿ ਫੋਟੋਆਂ ਵੀ ਲੱਗੀਆਂ ਜਾਂ ਜੋ ਵੀ ਲੱਗਾ ਹੋਇਆ ਉਹ ਇਦਾਂ ਲੱਗ ਰਿਹਾ ਕਿ ਵੱਡੀਆਂ ਵੱਡੀਆਂ ਰੈਲੀਆਂ ਉਸ ਨੂੰ ਲੈ ਕੇ ਹੀ ਹੋ ਰਹੀਆਂ ਨੇ। ਹੁਣ ਇਹਦੇ 'ਚ ਦੇਖਣਾ ਇਹੀ ਜਿਹੜਾ ਇੰਟਰਸਟਿੰਗ ਹੋਏਗਾ ਕਿ ਕਿਸ ਪਾਸੇ ਨੂੰ ਰਾਜਨੀਤਿਕ ਪਾਰਟੀਆਂ, ਜੇ ਤੇ ਕੈਪਟਨ ਅਮਰਿੰਦਰ ਸਿੰਘ ਇਮਾਨਦਾਰ ਹੈਗੇ ਨੇ ਤੇ ਉਹਨਾਂ ਨੂੰ ਜ਼ਰੂਰ ਜਿੰਨੇ ਵੀ ਸੋਲੂਸ਼ਨ ਬਣਦੇ ਨੇ, ਕਿਉਂਕਿ ਉਹਨਾਂ ਦਾ ਆਪਾਂ ਕਹੀਏ ਕਿ ਸਰਕਾਰ ਹੈਗੀ ਆ ਪੰਜਾਬ ਦੇ ਵਿੱਚ, ਵਿਧਾਨ ਸਭਾ ਜੋ ਮਤਾ ਪਾਸ ਕਰ ਸਕਦੇ ਨੇ, ਸਾਰਾ ਕੁਝ ਉਹ ਕਰ ਸਕਦੇ ਨੇ, ਉਹਨਾਂ ਕੋਲ ਪਾਵਰ ਹੈਗੀ ਆ। ਪਰ ਹੁਣ ਦੇਖਣਾ ਇਹ ਪਵੇਗਾ ਕਿ ਕੀ ਉਹ ਕਰਦੇ ਨੇ ਜਾਂ ਉਹ ਨਹੀਂ ਕਰਦੇ, ਜਾਂ ਬੈਕਐਂਡ ਤੇ ਉਹ ਕੀ ਸੋਚ ਕੀ ਰਹੇ ਨੇ। ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਵੀ 2022 ਤੇ ਕਰਕੇ ਤਾਂ ਨਹੀਂ ਇਹ ਸਾਰਾ ਕੁਝ ਹੋ ਰਿਹਾ ਵਾਕਈ, ਕਿਉਂਕਿ ਜਦੋਂ ਆਪਾਂ ਅਲੱਗ ਤੋਂ ਰੈਲੀਆਂ ਕਰਨੀਆਂ ਹੁੰਦੀਆਂ, ਕੋਈ ਇੱਕ ਗੈਦਰਿੰਗ ਕਰਨੀ ਹੈ ਜੀ, ਉਦੋਂ ਇਹ ਵੀ ਦੱਸਿਆ ਜਾਂਦਾ ਵੀ ਲੋਕਾਂ ਨੂੰ ਬਹੁਤ ਤਰੀਕੇ ਦੇ ਨਾਲ ਪਿੰਡਾਂ ਚੋਂ ਇਕੱਠੇ ਕੀਤਾ ਜਾਂਦਾ, ਬੱਸਾਂ ਭੇਜੀਆਂ ਜਾਂਦੀਆਂ, ਕੋਈ ਖਰਚਾ ਪਾਣੀ ਵੀ ਦੇ ਦਿੱਤਾ ਜਾਂਦਾ। ਕਈ ਵਾਰੀ ਉਹਨਾਂ ਨੇ ਇਹ ਵੀ ਕਿਹਾ ਜਾਂਦਾ ਵੀ ਸ਼ਾਮ ਨੂੰ ਜਾਂ ਤੁਹਾਨੂੰ ਵਾਪਸ ਜਾਣ ਲੱਗਿਆ ਵੀ ਉਹ ਜਿਹੜਾ ਇੱਕ ਜਲ ਹੈ ਸਪੈਸ਼ਲ ਉਹ ਵੀ ਦਿੱਤਾ ਜਾਵੇਗਾ। ਸੋ ਇਸ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾਂਦੇ ਆ, ਪਰ ਹੁਣ ਤਾਂ ਇਹ ਸਾਰਾ ਕੁਝ ਕਰਨ ਤੋਂ ਬਿਨਾਂ ਹੀ ਗੈਦਰਿੰਗ ਮਿਲ ਰਹੀ ਹੈ ਪਾਰਟੀਆਂ ਨੂੰ। ਸੋ ਉਤੋਂ ਜੇ ਕਹੀਏ ਕਿ ਕਿਸਾਨ ਵੱਧ ਚੜ ਕੇ, ਨਾਰੇ ਵੀ ਵੱਧ ਚੜ ਕੇ ਅਕਾਲੀ ਦਲ ਦੇ ਲਵਾ ਲਓ, ਭਾਵੇਂ ਕਾਂਗਰਸ ਦੇ ਲਵਾ ਲਓ, ਕਿਉਂਕਿ ਉਹਨਾਂ ਨੂੰ ਵੀ ਲੋੜ ਹੈ ਤੇ ਇਹਨਾਂ ਨੂੰ ਵੀ ਲੋੜ ਹੈ। ਸੋ ਇਹ ਫ੍ਰੀ ਖਾਤੇ ਕਿਤੇ ਤੁਹਾਡੇ ਕੋਲੋਂ ਰਾਜਨੀਤਿਕ ਪਾਰਟੀਆਂ ਲਾਹਾ ਤਾਂ ਨਹੀਂ ਲੈ ਰਹੀਆਂ। ਇਹ ਗੱਲ ਜਿਹੜੀ ਹੈ ਬਹੁਤ ਸੋਚ ਸਮਝ ਕੇ ਅੱਗੇ ਚੱਲਿਓ ਵੀ ਤੁਹਾਡਾ ਨਾਮ ਤੁਹਾਡਾ ਵਰਤ ਕੇ ਤੇ ਸਾਰਾ ਕੁਝ ਆਪ ਹੀ ਮਲਾਈ ਉੱਪਰੋਂ ਆਪ ਖਾ ਜਾਣ ਤੇ ਤੁਹਾਡੇ ਲਈ ਜਿਹੜਾ ਹੈ ਉਹ ਸਪਰੇਟਾ ਦੁੱਧ ਰਹਿ ਜਾਵੇ, ਇਸ ਤਰ੍ਹਾਂ ਨਾ ਕਿਤੇ ਹੋਵੇ। ਇਹ ਵੀ ਤੁਹਾਨੂੰ ਸੋਚਣਾ ਪਵੇਗਾ ਜੀ। ਅਕਾਲੀ ਦਲ ਬੀਜੇਪੀ ਦੇ ਨਾਲੋਂ ਅਲੱਗ ਹੋ ਗਿਆ ਪਿਛਲੇ ਦਿਨੀ, ਉਸ ਤੋਂ ਬਾਅਦ ਰੈਲੀ ਵੀ ਕਰ ਰਹੇ ਆ, ਆਪਣੀ ਉਹਨਾਂ ਨੇ ਕੀਤੀਆਂ ਹੈਗੀਆਂ, ਬਹੁਤ ਹੋ ਰਹੀਆਂ। ਚੰਡੀਗੜ੍ਹ ਨੂੰ ਵੀ ਮੋੜਾ ਪਾ ਲੈਂਦੇ ਆ, ਬਿੱਲ ਕੇਂਦਰ ਪਾਸ ਕਰਦਾ, ਚੰਡੀਗੜ੍ਹ ਚਲੇ ਜਾਂਦੇ ਆ। ਕੀ ਕਹਿਣਾ ਚਾਹੋਗੇ?
ਇਹਦੇ ਆਪਾਂ ਕਹਿ ਸਕਦੇ ਹਾਂ ਕਿ ਜੋ ਅਕਾਲੀ ਦਲ ਦੀਆਂ ਰੈਲੀਆਂ ਹੋਈਆਂ ਇਸ ਦੇ ਵਿੱਚ ਸਿੱਖ ਚਿੰਤਕਾਂ ਨੇ ਜਿਹੜਾ ਖਦਸ਼ਾ ਦਿਜਾਇਆ ਜਾਂ ਸਿੱਖ ਪਾਰਟੀਆਂ ਨੇ, ਪੰਥਕ ਪਾਰਟੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਜਿੱਥੇ ਕਿਤੇ ਕਿਸਾਨ ਮੋਰਚਾ ਹੁੰਦਾ ਹੈ ਪੈਰਲਲ ਜਿਹੜਾ ਬਰਾਬਰ ਤੇ ਆਪਣੇ ਵੱਲੋਂ ਜਿਹੜਾ ਮੋਰਚਾ ਐਲਾਨ ਦਿੰਦੇ ਆ। ਅੱਛਾ, ਇਹ 2 ਵਾਰੀ ਹੋ ਚੁੱਕਾ। ਜਦੋਂ ਆਪਾਂ ਕਹੀ ਨਾ ਕਿ ਜਿੱਦਣ ਸ਼ੰਭੂ ਬਾਰਡਰ ਵਾਲਾ ਜਿਹੜਾ ਸੱਦਾ ਸੀਗਾ ਉਦੋਂ ਅਕਾਲੀ ਦਲ ਵੱਲੋਂ ਵੀ ਜਿਹੜਾ ਇੱਕ ਮੋਰਚਾ ਐਲਾਨਿਆ ਗਿਆ ਸੀ, ਐਲਾਨ ਦਿੱਤਾ ਔਰ ਉਹਦੇ ਨਾਲ ਉਹ ਕਹਿੰਦੇ ਆ ਕਿ ਹੁਣ ਬੰਦੇ ਤੇ ਉਹੀ ਨੇ, ਜਾਂ ਤਾਂ ਉਹ ਸਾਰੇ ਉਧਰ ਚੱਲ ਜਾਣ ਜਾਂ ਸਾਰੇ ਉਧਰ ਚੱਲ ਜਾਣ। ਜੋ ਉਹਨਾਂ ਦੀ ਹੈ ਉਹ ਕਹਿੰਦੇ ਕਿ ਅਸੀਂ ਅਕਾਲੀ ਦਲ ਨਾਲ ਸਹਿਮਤ ਹਾਂ ਕਿ ਉਹ ਇੰਨਾ ਕੁਝ ਕਰ ਰਹੇ ਨੇ, ਪਰ ਇਹ ਤਰੀਕੇ ਦੇ ਨਾਲ ਉਹ ਨਾ ਕਰਨ। ਦੂਸਰਾ ਜਿਹੜਾ ਹੈਗਾ ਕਿ ਜਿਹੜੀਆਂ ਉਹ ਚੋਣ ਰੈਲੀਆਂ ਜ਼ਿਆਦਾ ਤੇ ਕਿਸਾਨਾਂ ਦੇ ਸਪੋਰਟ ਵਾਲੀਆਂ ਰੈਲੀਆਂ ਜਿਹੜੀਆਂ ਨੇ ਉਹ ਘੱਟ ਨਜ਼ਰ ਆਉਂਦੀਆਂ ਨੇ। ਕਿਤੇ ਨਾ ਕਿਤੇ ਇਹ ਚੀਜ਼ ਤੋਂ ਕਿਸਾਨਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਖੈਰ ਕੁਝ ਕਿਸਾਨ ਜਥੇਬੰਦੀਆਂ ਨੇ ਮਤੇ ਵੀ ਪਾਸ ਕੀਤੇ ਹੋਏ ਨੇ ਕਿ ਸਾਡੀ ਰਾਜਨੀਤਿਕ, ਜੇ ਆਪਾਂ ਕਹੀਏ ਕਿ ਕੋਈ ਪਾਰਟੀ ਦਾ ਮੈਂਬਰ ਇੱਥੇ ਆ ਕੇ ਨਹੀਂ ਬੋਲੇਗਾ ਸਾਡੇ ਸੰਘਰਸ਼ ਦੇ ਵਿੱਚ, ਔਰ ਇਦਾਂ ਹੋਇਆ ਵੀ ਹੈਗਾ ਤੇ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਰਹਿਣਾ ਚਾਹੀਦਾ, ਸੁਚੇਤ ਰਹਿਣਾ ਚਾਹੀਦਾ। ਔਰ ਜੇ ਇਹ ਲੋਕ ਇਮਾਨਦਾਰ ਹੈਗੇ ਨੇ ਤੇ ਇਹਨਾਂ ਨੂੰ ਚਾਹੀਦਾ ਕਿ ਪਿੰਡ ਲੈਵਲ ਦੇ ਉੱਤੇ ਇੰਨਾ ਕੁ ਜਾਗਰੂਕ ਕਰਨ ਕਿ ਜੋ ਲੀਗਲ ਤੌਰ ਤੇ ਜਿਹੜਾ ਹੈ ਕੇਸ ਇੱਥੇ ਲੜਿਆ ਜਾਵੇ, ਕਿਉਂਕਿ ਆਪਾਂ ਦੇਖਦੇ ਤਾਂ ਹੈਗੇ ਆ ਕਿ ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਆ। ਹੋਣਾ ਤੇ ਇਹ ਚਾਹੀਦਾ ਸੀ ਕਿ ਤਿੰਨੇ ਪਾਰਟੀਆਂ ਇਕੱਠੀਆਂ ਹੋ ਕੇ ਇੱਥੇ ਜੋ ਲੀਗਲ ਕਾਰਵਾਈ ਹੁੰਦੀ ਹੈ ਉਸ ਦੇ ਪਾਸੇ ਆਉਣ। ਕੁਝ ਬੰਦੇ ਕਾਂਗਰਸ ਦੇ ਹੋਣ, ਆਮ ਆਦਮੀ ਪਾਰਟੀ ਦੇ ਹੋਣ, ਈਵਨ ਕਿ ਪੰਥਕ ਧਿਰਾਂ ਦੇ ਬੰਦੇ ਵੀ ਹੋਣ ਕਿ ਇਹਨੂੰ ਆਪਾਂ ਕੇਸ ਨੂੰ ਐਜ਼ ਏ ਪੰਜਾਬ ਅੱਗੇ ਲੈ ਕੇ ਜਾਣਾ ਹੈ, ਨਾ ਕਿ ਇੱਕ ਸਿੰਗਲ ਪਾਰਟੀ, ਨਾ ਕਿ ਕਾਂਗਰਸ, ਨਾ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਪਾਰਟੀ। ਅਗਰ ਇਹ ਸੋਲੂਸ਼ਨ ਹੁੰਦਾ ਹੈ ਕਿਤੇ ਨਾ ਕਿਤੇ ਇਸ ਬੰਨੇ ਨੂੰ ਇਹ ਸੋਚਦੇ ਨੇ ਤੇ ਫਿਰ ਹੋ ਸਕਦਾ ਹੈ ਕਿ ਇਹ ਮਸਲੇ ਦਾ ਹੱਲ ਹੋਵੇ। ਨਹੀਂ ਤੇ ਇਹ ਮਸਲਾ ਆਰਥਿਕ ਤੌਰ ਤੇ ਇਦਾਂ ਹੀ ਰਹੇਗਾ, ਜਾਂ ਕਿਸਾਨੀ ਵਾਲੇ ਜਾਂ ਆਗੂ ਕਿਸ ਤਰੀਕੇ ਦੇ ਨਾਲ ਅੱਗੇ ਸੰਘਰਸ਼ ਨੂੰ ਲੈ ਕੇ ਜਾਂਦੇ ਨੇ ਉਹ ਸਾਰਾ ਕੁਝ ਉਹਦੇ ਤੇ ਡਿਪੈਂਡ ਹੀ ਰਹੇਗਾ, ਉਹਦੇ ਤੇ ਡਿਪੈਂਡ ਕਰਨਾ ਹੈ। ਅਕਾਲੀ ਦਲ ਦਾ ਜਾਂ ਜਿਹੜੀ ਆਪਾਂ ਦੂਸਰੀ ਪਾਰਟੀ ਕਰਦੇ ਆ ਕਾਂਗਰਸ ਦੀ ਗੱਲ, ਤੁਸੀਂ ਇਹ ਗੱਲ ਕਹੀ ਕਿ ਪੈਰਲਲ ਇਹ ਰੈਲੀ ਰੱਖ ਲੈਂਦੇ, ਇਹ ਕੋਈ ਨਵੀਂ ਗੱਲ ਨਹੀਂ। ਬਰਗਾੜੀ ਦੀ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ, ਉਸੇ ਦਿਨ ਵੀ 3 ਰੈਲੀਆਂ ਰੱਖੀਆਂ ਗਈਆਂ ਪੰਜਾਬ 'ਚ, ਕਾਂਗਰਸ ਨੇ ਵੀ ਰੱਖ ਦਿੱਤੀ, ਅਕਾਲੀ ਦਲ ਨੇ ਵੀ। ਇੱਧਰ ਜਿਹੜੀ ਆ ਬਰਗਾੜੀ ਵਾਲਿਆਂ ਦੀ ਰੈਲੀ ਸੀਗੀ। ਸੋ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਕਹਿ ਲਈਏ ਵੀ ਘੱਟ ਕਰਨ ਦੇ ਲਈ, ਡਾਇਵਰਟ ਕਰਨ ਦੇ ਲਈ ਉਹ ਸਾਰਾ ਕੁਝ ਕੀਤਾ ਗਿਆ, ਅੱਜ ਵੀ ਉਹ ਕੀਤਾ ਜਾ ਰਿਹਾ। ਤੁਹਾਡੇ ਕਹਿਣ ਦਾ ਮਤਲਬ ਸਿੰਘ ਜੀ ਉੱਥੇ ਦੇਖੋ ਕਿ ਉਹ ਵਾਲੀ ਰੈਲੀ ਤੇ ਆਪਾਂ ਅਕਾਲ ਚੈਨਲ ਤੇ ਕਵਰ ਵੀ ਕੀਤੀ ਸੀ, ਸਾਰਾ ਕੁਝ ਆਪਾਂ ਦਿਖਾਇਆ ਸੀ ਲੋਕਾਂ ਨੂੰ। ਜਿਹੜਾ ਵੱਡਾ ਇਕੱਠ ਹੈਗਾ ਉਹ ਬਰਗਾੜੀ ਵਾਲੀ ਰੈਲੀ ਦੇ ਵਿੱਚ ਸੀਗਾ। ਮਤਲਬ ਸਿੱਖਾਂ ਦੇ ਅੰਦਰ ਜਜ਼ਬਾ ਪੂਰੇ ਤਰੀਕੇ ਦੇ ਨਾਲ ਭਰਿਆ ਹੋਇਆ ਹੈ, ਭਾਵੇਂ ਕਿ ਲੀਡਰਾਂ ਨੇ ਸਾਥ ਨਹੀਂ ਦਿੱਤਾ, ਭਾਵੇਂ ਕਿ ਪੰਥਕ ਆਗੂ ਸਾਨੂੰ ਧੋਖਾ ਦੇ ਗਏ, ਜਾਂ ਜੋ ਵੀ ਹੋਇਆ ਉਹ ਸਾਡੇ ਸਾਹਮਣੇ ਹੈ। ਲੋਕਾਂ ਨੇ ਵੀ ਦੇਖਿਆ, ਸੰਗਤਾਂ ਨੇ ਵੀ ਦੇਖਿਆ, ਲੋਕ ਨਿਰਾਸ਼ ਹੋ ਕੇ ਗਏ ਔਰ ਨੌਜਵਾਨ ਜਿਹੜੇ ਇੱਕਦਮ ਆ ਜਾਂਦੇ ਨੇ ਅੱਗੇ। ਹੁਣ ਕਿਹਾ ਤੇ ਇਹ ਜਾਂਦਾ ਸੀ ਕਿ ਨਸ਼ਿਆਂ ਦੇ ਵਿੱਚ ਲੱਗ ਗਏ ਜਾਂ ਕਿੱਦਾਂ, ਪਰ ਜੋ ਨੌਜਵਾਨਾਂ ਨੇ ਇਸ ਸੰਘਰਸ਼ ਦੇ ਵਿੱਚ ਅੱਗੇ ਆਏ ਨੇ, ਤੁਸੀਂ ਆਪ ਹੀ ਦੇਖੋ ਵੀ ਉਹ ਤੇ ਦਿੱਲੀ ਵਾਲੇ ਤੇ ਸੋਚਦੇ ਹੋਣਗੇ ਕਿ ਅਸੀਂ ਤੇ ਨਸ਼ਿਆਂ ਤੇ ਵੀ ਲਾਤੇ, ਸਾਰਾ ਕੁਝ ਕਰ ਲਿਆ, ਇੰਨੀ ਨੌਜਵਾਨੀ ਆ ਕਿੱਦਾਂ ਗਈ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਿਤੇ ਨਾ ਕਿਤੇ ਉਪਰਾਲਾ ਹੈਗਾ ਔਰ ਦੇਖਣ ਨੂੰ ਵੀ ਜੇ ਆਪਾਂ ਕਹੀਏ ਕਿ ਵਧੀਆ ਲੱਗਦਾ ਹੈਗਾ ਕਿ ਜਦੋਂ ਇਸ ਤਰ੍ਹਾਂ ਦਾ ਨੌਜਵਾਨੀ ਖਾਸ ਕਰਕੇ ਜਦੋਂ ਅੱਗੇ ਆਉਂਦੀ ਹੈ ਕਿ ਉਹ ਸੁਚੇਤ ਹੈਗੀ ਆ। ਬਿਲਕੁਲ ਤੁਸੀਂ ਗੱਲ ਕਰ ਰਹੇ ਸੀ ਕੋਲੀਜ਼ਨ ਦੀ। ਕੋਲੀਜ਼ਨ ਦੇ ਵਿੱਚ ਇਦਾਂ ਹੈ ਕਿ ਜੋ ਰਿਪੋਰਟਾਂ ਆ ਰਹੀਆਂ ਨੇ ਕਿ ਬੀਜੇਪੀ ਵਾਲੇ ਵੀ ਖੁਸ਼ੀ ਮਨਾ ਰਹੇ ਨੇ, ਅਕਾਲੀ ਦਲ ਵਾਲੇ ਵੀ ਖੁਸ਼ੀ ਮਨਾ ਰਹੇ ਨੇ। ਅੱਛਾ, ਉਹ ਦੋਨਾਂ ਦਾ ਆਪਸ 'ਚ ਹੋ ਗਿਆ ਹੋਇਆ ਨਾ ਕਿਤੇ ਜੋ ਚਿੰਤਕ ਹੈਗੇ ਨੇ ਜਾਂ ਜਿਹੜੇ ਆਪਾਂ ਕਹੀਏ ਕਿ ਐਕਸਪਰਟ ਜਿਹੜੇ ਰਾਜਨੀਤੀ ਨੂੰ ਜਾਣਦੇ ਨੇ, ਉਹ ਇਹ ਸੋਚ ਰਹੇ ਨੇ ਕਿ ਕਿਤੇ ਨਾ ਕਿਤੇ ਪਿਛਲੀ ਵਾਰ ਜਦੋਂ ਉਹ ਸ਼ਿਵ ਸੈਨਾ ਨਾਲ ਕੰਪੇਅਰ ਕਰ ਰਹੇ ਨੇ, ਕਿਉਂਕਿ ਜਦੋਂ ਆਪਾਂ ਬੀਜੇਪੀ ਦੇ ਗੱਠਜੋੜ ਦੀ ਗੱਲ ਕਰਦੇ ਆ ਨਾ ਤੇ ਇਹਨਾਂ ਦਾ ਜਿਹੜਾ ਗੱਠਜੋੜ ਸੀ ਸ਼ਿਵ ਸੈਨਾ ਦੇ ਨਾਲ, ਅਕਾਲੀ ਦਲ ਦੇ ਨਾਲ ਬੜਾ ਨੇੜਤਾ ਵਾਲਾ ਰਿਹਾ ਹੈਗਾ। ਬਿਲਕੁਲ। ਔਰ ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਈਆਂ ਸੀ, ਅਸੀਂ ਆਹ ਵਾਲੀਆਂ ਮਹਾਰਾਸ਼ਟਰ ਇਲੈਕਸ਼ਨ ਦੀ ਗੱਲ ਨਹੀਂ ਕਰਦੇ, ਪਿਛਲੀ ਵਾਰੀ ਦੋਵਾਂ ਨੇ, ਸ਼ਿਵ ਸੈਨਾ ਨੇ ਤੇ ਬੀਜੇਪੀ ਨੇ ਵੱਖੋ-ਵੱਖ ਹੋ ਕੇ ਇਲੈਕਸ਼ਨ ਲੜੀਆਂ ਸੀ। ਇਲੈਕਸ਼ਨ ਤੋਂ ਬਾਅਦ ਜਦੋਂ ਨਤੀਜੇ ਆਉਂਦੇ ਨੇ ਫਿਰ ਜਿਹੜੀ ਹੈਗੀ ਸ਼ਿਵ ਸੈਨਾ ਬੀਜੇਪੀ ਨੂੰ ਸਪੋਰਟ ਦੇ ਦਿੰਦੀ ਹੈ। ਕੀ ਬਾਤ ਹੈ, ਠੀਕ ਹੈ। ਪਰ ਐਤਕੀ ਜਿਹੜਾ ਸੀ, ਐਤਕੀ ਬੜਾ ਵੱਖਰਾ ਦੇਖਣ ਨੂੰ ਮਿਲਿਆ ਕਿ ਸ਼ਿਵ ਸੈਨਾ ਨੇ ਆਪਣੀ ਸਰਕਾਰ ਬਣਾ ਲਈ ਔਰ ਉਹਨਾਂ ਨੇ ਸਾਰੀਆਂ ਬਾਉਂਡਰੀਜ਼ ਤੋੜ ਕੇ ਜਿਹੜੀ ਸਰਕਾਰ ਬਣਾਈ ਕਿ ਉਹਨਾਂ ਨੇ ਕਾਂਗਰਸ ਦੇ ਨਾਲ ਸਮਝੌਤਾ ਕਰ ਲਿਆ। ਬਿਲਕੁਲ। ਹੁਣ ਜਿਹੜੇ ਚਿੰਤਕ ਨੇ ਉਹਨਾਂ ਦਾ ਇਹੀ ਹੈ, ਉਹ ਕਹਿੰਦੇ ਕਿ ਬੀਜੇਪੀ ਵੱਲੋਂ ਜੋ ਬੀਜੇਪੀ ਦਾ ਪੁਆਇੰਟ ਆਫ ਵਿਊ ਇਹ ਆ ਰਿਹਾ ਸੀ ਕਿ 2017 ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਨੇ ਤੇ 2017 ਦੇ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਰਹਿ ਜਾਂਦਾ ਹੈ, ਆਮ ਆਦਮੀ ਪਾਰਟੀ ਅੱਗੇ। ਬਿਲਕੁਲ। 2019 ਦੇ ਲੋਕ ਸਭਾ ਜਿਹੜੇ ਇਲੈਕਸ਼ਨ ਹੁੰਦੇ ਨੇ 13 ਦੇ ਵਿੱਚੋਂ 2 ਸੀਟਾਂ ਰਹਿ ਜਾਂਦੀਆਂ ਨੇ, ਉਹ ਵੀ ਹਸਬੈਂਡ ਵਾਈਫ ਦੀਆਂ, ਜੇ ਆਪਾਂ ਕਹੀਏ ਕਿ ਉਹਨਾਂ ਨੇ ਉੱਥੇ ਪੂਰਾ ਜ਼ੋਰ ਲਾਇਆ, ਉਹ ਰਹਿ ਜਾਂਦੀਆਂ ਨੇ। ਔਰ ਕਿਤੇ ਨਾ ਕਿਤੇ ਬੀਜੇਪੀ ਨੂੰ ਲੱਗਿਆ ਕਿ ਸਾਨੂੰ ਇਹਨਾਂ ਵੱਲੋਂ ਜਿਹੜਾ ਵੋਟ ਸ਼ੇਅਰ ਹੈ ਨਹੀਂ ਮਿਲ ਰਿਹਾ, ਜਾਂ ਅਸੀਂ ਜੋ ਉਹਨਾਂ ਦਾ ਆਪਾਂ ਕਹਿ ਲਈਏ ਕਿ ਸੁਪਨਾ ਸੀ ਕਿ ਅਸੀਂ ਕਾਂਗਰਸ ਮੁਕਤ ਜਿਹੜਾ ਭਾਰਤ ਕਰਨਾ ਹੈ, ਉਸ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਕਿ ਅਕਾਲੀ ਦਲ ਅੜਿੱਕਾ ਹੈਗਾ। ਪਰ ਹੁਣ ਗਰਾਊਂਡ ਰਿਐਲਿਟੀ ਖੈਰ ਉਹਨਾਂ ਨੂੰ ਵੀ ਨਹੀਂ ਪਤਾ ਹੈਗੀ। ਹੁਣ ਅਕਾਲੀ ਦਲ ਅੜਿੱਕਾ ਹੈ ਜਾਂ ਨਹੀਂ, ਇਹ 2022 ਦੇ ਵਿੱਚ ਕਲੀਅਰ ਹੋਊਗਾ ਕਿ ਕਿੰਨੀਆਂ ਸੀਟਾਂ ਬੀਜੇਪੀ ਵਾਲੇ ਲੈ ਕੇ ਜਾਂਦੇ ਨੇ ਜਾਂ ਕਿਹਦੇ ਨਾਲ ਅਲਾਈਅੰਸ ਕਰਦੇ ਨੇ, ਕਿਉਂਕਿ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਅਕਾਲੀ ਦਲ ਟਕਸਾਲੀ ਬਣਿਆ ਸੀ। ਫਿਰ ਹੁਣ ਵਿੱਚੋਂ ਖਬਰਾਂ ਇਹ ਆ ਰਹੀਆਂ ਨੇ ਕਿ ਸੁਖਦੇਵ ਸਿੰਘ ਢੀਂਡਸਾ ਹੁਣੀ ਵੀ ਦੁਬਾਰਾ ਜਿਹੜਾ ਵਾਪਸ ਜਾ ਸਕਦੇ ਨੇ। ਅੱਛਾ, ਹਾਂਜੀ, ਇਹ ਵੀ ਜਿਹੜੀਆਂ ਕਿਤੇ ਮਤਲਬ ਕਨਫਰਮੇਸ਼ਨ ਨਹੀਂ ਆਈ ਹੈਗੀ, ਪਰ ਕਨਸੂਹਾ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਆਪਾਂ ਨਿਊਜ਼ ਰਿਪੋਰਟਰਸ ਦੇ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਕਿ ਇਦਾਂ ਦੀਆਂ ਕੁਝ ਗੱਲਾਂ ਚੱਲ ਰਹੀਆਂ ਨੇ ਤੇ ਅਜੇ ਕਨਫਰਮੇਸ਼ਨ ਨਹੀਂ ਆਈ। ਬਾਕੀ ਜੋ ਕਨਫਰਮੇਸ਼ਨ ਆਊਗੀ ਉਹ ਤੁਹਾਡੇ ਸਾਹਮਣੇ ਆਪਾਂ ਉਸੇ ਤਰੀਕੇ ਦੇ ਨਾਲ ਰੱਖ ਲਾਂਗੇ।
ਹੁਣ ਜਿਹੜਾ ਇਹਨਾਂ ਦਾ ਤੋੜ ਵਿਛੋੜਾ ਹੋਇਆ ਨਾ, ਇਸ ਨੂੰ ਵੀ ਲੋਕ ਭਰੋਸੇਯੋਗ ਨਹੀਂ ਲੈ ਰਹੇ। ਲੋਕੀ ਕਹਿੰਦੇ ਕਿ ਹੁਣ ਕਿੱਦਾਂ ਹੋ ਕਿੱਦਾਂ ਗਿਆ, ਧੋਖੇ ਬਹੁਤ ਮਿਲੇ ਹੋਏ ਪਾਸ ਦੇ ਵਿੱਚ ਆਪਾਂ ਕਹੀਏ ਵੀ ਉਹ ਸਾਰਾ ਕੁਝ ਲੈ ਕੇ ਕਿਤੇ ਨਾ ਕਿਤੇ। ਬਿਲਕੁਲ ਵਾਕਿਆ ਜੀ, ਵਾਕਿਆ ਹੁਣ ਦੇਖਣਾ ਹੋਏਗਾ ਕਿ ਇਹ ਬੜਾ ਰੋਚਕ ਰਹੇਗਾ ਮਾਮਲਾ। ਖਾਸ ਤੌਰ ਦੇ ਉੱਤੇ ਸਿੱਖ ਕੌਮ ਨੂੰ ਬੜਾ ਸੋਚਣ ਵਾਲੀ ਲੋੜ ਹੈਗੀ ਇਸ ਵੇਲੇ, ਕਿਸਾਨਾਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਸੋਚਣ ਵਾਲੀ ਲੋੜ ਹੈ ਕਿ ਇਹ ਨਾ ਹੋਵੇ ਪੈਟਰੋਲ ਤੁਹਾਡਾ ਫਿਜ਼ੀਕਲੀ ਤੁਸੀਂ ਮਿਹਨਤਾਂ ਕਰਦੇ ਰਹਿ ਜਾਓ, ਨਾਰੇ ਤੁਸੀਂ ਜਿਹੜੇ ਲਾਉਂਦੇ ਰਹਿ ਜਾਓ, ਗਲੇ ਤੁਹਾਡੇ ਬਹਿ ਜਾਣ ਤੇ ਉਸ ਤੋਂ ਬਾਅਦ ਲਾਹਾ ਜਿਹੜਾ ਹੈ ਉਹ ਰਾਜਨੀਤਿਕ ਪਾਰਟੀਆਂ 2022 ਦੇ ਵਿੱਚ ਡਾਇਵਰਟ ਕਰ ਲੈਣ। ਇਸ ਤਰ੍ਹਾਂ ਹੁੰਦਾ ਰਿਹਾ। 2020 ਚੜ ਚੁੱਕਿਆ, ਨਵਾਂ ਜ਼ਮਾਨਾ ਆ ਚੁੱਕਿਆ। ਕੁਝ ਜੇਕਰ ਲੀਡਰ ਤੁਹਾਡੇ ਸਿਆਣੇ ਹੋ ਚੁੱਕੇ ਨੇ ਤੇ ਤੁਹਾਨੂੰ ਵੀ ਚਾਹੀਦਾ ਕਿ ਤੁਹਾਡੀ ਵੀ ਸੋਚ ਜਿਹੜੀ ਆ ਕਿਤੇ ਨਾ ਕਿਤੇ ਲੀਡਰਾਂ ਤੋਂ ਅੱਗੇ ਤਾਂ ਨਹੀਂ ਕਹਿ ਸਕਦੇ, ਪਰ ਉਹਨਾਂ ਦੇ ਘੱਟੋ ਘੱਟ ਬਰਾਬਰਤਾ ਜਾਵੇ, ਫਿਰ ਜਾ ਕੇ ਤੁਹਾਡੇ ਸੰਘਰਸ਼ ਜਿਹੜੇ ਆ ਉਹ ਕਿਸੇ ਪਾਸੇ ਜਾ ਸਕਦੇ ਨੇ।